Shri Ramdas Gun Shri Arjan Bignan Ke Nashak Bignan Ke Shri Har Govinda Shubha Sumat Shri Har Rai Namo Kar Jori Namo Shri Hare Krishna Manao Teg Bahadur Parama Kirpala Ji Parama Kirpala Shri Guru Govinda Singh Visala Tara Tara Par Pona Pona Sisa Ji Pona Pona Sisa Manda Bar Bar Jagadisa Kankara Satguru Te Prasad Sach hoye Vaheguru Ji Ki Fateh Hai Bign Binasan soye Vaheguru Ji Ki Fateh Hai Bign Binasan soye Satnam Sri Vaheguru Sahib Ji Dohra Totte Jodha Jam Dvai Shri Arjan Tigyaye Kar Bandhan Baithe Tabe Booje Sehj Subhaye वाहेगुरु जी का खालसा वाहेगुरु जी की फतेह। तेग बहादुर सिमरिया घर नाउ निध आवे धाए सब थाई होए सहाय। ऐसे दीन दयाल पातशाह कृपालु सतगुरु धन धन साहिब श्री गुरु तेग बहादुर साहिब जी सतगुरां जी दे पावन पवित्र अस्थान गुरुद्वारा श्री दुख निवारण साहिब विखे चवर छतर तखत दे मालक राजान राज पान हन पान देवान देव उपमा महान सरवर कायनात धन धन साहिब श्री गुरु ग्रंथ साहिब पातशाह जी दी मुकद्दस गोद अंदर जुड़ बैठी गुरु सवारी गुरु खालसा साध संगत जीओ। धनता दे जोग हो जो आप जी नेता प्रत गुरचरणा दे विच जुड़ करके जीवन दा जो प्रयोजन है जीवन दा जो लक्ष्य है आयो सुनन पढ़न को बाणी रबी बाणी दे शब्द कीर्तन चल रही लड़ीवार गुर इतिहास दी विचार नूं सरवण करके मनुखा जीवन दा लाहा प्राप्त करदे हो। आप जी ने बड़े प्रेम सहित गुरु के कीर्तनिया पासों रबी बाणी दे शब्द कीर्तन सरवण कीते हन। समा बनया है चल रही लड़ीवार गुर इतिहास दी विचार दा
ਕੱਲ ਦੇ ਪ੍ਰਕਰਨ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਕਿ ਢੇਸੀ ਤੇ ਭਾਈ ਜੋਧ ਜਿਹੜੇ ਬ੍ਰਾਹਮਣ ਸਨ, ਇਹ ਚੱਲ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਆਏ। ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਨੂੰ ਪਾਵਨ ਉਪਦੇਸ਼ ਦੇਣ ਵਾਸਤੇ, ਗੁਰੂ ਸਾਹਿਬ ਦਾ ਉਪਦੇਸ਼ ਲੈਣ ਵਾਸਤੇ, ਪ੍ਰਾਪਤ ਕਰਨ ਵਾਸਤੇ ਬੇਨਤੀ ਕੀਤੀ ਕਿ ਪਾਤਸ਼ਾਹ ਜਿਹੜੇ ਆਪਣੇ ਆਪ ਨੂੰ ਵੱਡੇ ਪੰਡਤ ਬ੍ਰਾਹਮਣ ਖਮਾਉਂਦੇ ਨੇ, ਉੱਚੀ ਜਾਤ ਦਾ ਅਪਮਾਨ ਕਰਦੇ ਨੇ, ਉਹਨਾਂ ਦੇ ਨਾਲ ਮਿਲ ਬੈਠ ਕੇ ਜੇਕਰ ਭੋਜਨ ਛਕੀਏ, ਪੰਗਤ ਵਿੱਚ ਬੈਠੀਏ ਤੇ ਉਹ ਉਠਾ ਦਿੰਦੇ ਨੇ, ਬੈਠਣ ਨਹੀਂ ਦਿੰਦੇ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਜਾਓ ਪਾਵਨ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰੋ। ਇਹ ਜਿਹੜਾ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਤਿਆਰ ਕਰਵਾਇਆ, ਇਹ ਸਰੋਵਰ ਤਿਆਰ ਕਰਵਾਇਆ, ਜਿੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਊਚ ਨੀਚ ਦਾ ਭੇਦ ਸਦਾ ਲਈ ਖਤਮ ਕਰ ਦਿੱਤਾ, ਜਿੱਥੇ ਸਰਬ ਸਾਂਝੀ ਵਾਲਦਾ ਦਾ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਸਭਨਾਂ ਨੂੰ ਬਖਸ਼ਿਸ਼ ਕਰਦੇ। ਇਸ ਪਾਵਨ ਸਰੋਵਰ ਦੇ ਵਿੱਚ ਕੋਈ ਵੀ ਪ੍ਰਾਣੀ, ਕਿਸੇ ਵੀ ਜਾਤੀ ਮਜ਼ਹਬ ਦਾ, ਕਿਸੇ ਵੀ ਦੇਸ਼ ਦਾ, ਕਿਤੋਂ ਦਾ ਵੀ ਕੋਈ ਰਹਿਣ ਵਾਲਾ, ਉਹ ਆ ਕੇ ਸ਼ਰਧਾ ਸਹਿਤ ਪ੍ਰੇਮ ਨਾਲ ਨਿਰਮਲ ਜਲ ਦੇ ਨਾਲ ਸਰੋਵਰ ਵਿੱਚ ਇਸ਼ਨਾਨ ਕਰ ਸਕਦਾ ਹੈ, ਕਿਸੇ ਨੂੰ ਕੋਈ ਰੋਕ ਨਹੀਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦਾ ਹੈ, ਕਿਸੇ ਨੂੰ ਕੋਈ ਇੱਥੇ ਰੋਕ ਟੋਕ ਨਹੀਂ। ਇਹ ਪਾਵਨ ਅਸਥਾਨ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਦੀ ਨੀਂਹ ਰੱਖੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਅਸਥਾਨ ਤਿਆਰ ਕਰਵਾਇਆ, ਜਿੱਥੇ ਆ ਕੇ ਮਨੁੱਖ ਦੇ ਸਾਰੇ ਦੋਸ਼ ਲੈ ਜਾਂਦੇ ਨੇ। ਜਿਹੜਾ ਸ਼ਰਧਾ ਸਹਿਤ ਇਸ਼ਨਾਨ ਕਰਦਾ ਉਹਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਇੱਥੇ ਕੋਈ ਰੋਕ ਟੋਕ ਨਹੀਂ, ਹਰ ਮਨੁੱਖ ਜਿਹੜਾ ਉਹ ਇਸ਼ਨਾਨ ਕਰ ਸਕਦਾ ਹੈ, ਗੁਰੂ ਕੀ ਬਾਣੀ ਨੂੰ ਸਰਵਣ ਕਰ ਸਕਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਸ ਸੰਸਾਰ ਵਿੱਚ ਆਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪਾਵਨ ਉਪਦੇਸ਼ ਦੇ ਕਰਕੇ ਸਮਝਾ ਰਹੇ ਹਨ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਗਤ ਜਲੰਦੇ ਦਾ ਉਧਾਰ ਕਰਨ ਵਾਸਤੇ, ਲੁਕਾਈ ਨੂੰ ਤਾਰਨ ਵਾਸਤੇ, ਕਰਮ ਕਾਂਡਾਂ ਵਿੱਚੋਂ ਕੱਢ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜਨ ਦੇ ਲਈ, ਭਗਤੀ ਦਾ ਮਾਰਗ ਵਿਖਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੰਸਾਰ ਵਿੱਚ ਆਏ, ਜਿਨ੍ਹਾਂ ਨੇ ਵੇਦਾਂ ਤੋਂ ਵੀ ਪਰੇ ਦੀ ਬਹੁਤ ਬਾਣੀ ਜਿਹੜੀ ਆਪਣੀ ਰਸਨਾ ਤੋਂ ਉਚਾਰਨ ਕੀਤੀ, ਬੜੀ ਸਰਲ ਤੇ ਬੜੀ ਸੁਖੈਨ, ਜਿਸ ਨੂੰ ਕੋਈ ਵੀ ਪ੍ਰਾਣੀ ਸੁਣ ਸਕਦਾ ਹੈ। ਹਰ ਪ੍ਰਾਣੀ ਜਿਹੜਾ ਉਸ ਨੂੰ ਸੁਣ ਕਰਕੇ ਸਮਝ ਸਕਦਾ ਹੈ, ਐਸੀ ਉਹ ਸੁਖੈਨ ਬਾਣੀ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਇਸ ਬਾਣੀ ਨਾਲ ਜੁੜਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਜਨਮ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦਾ ਹੈ, ਉਹਦੇ ਪਾਪ ਖਤਮ ਹੋ ਜਾਂਦੇ ਨੇ, ਉਹ ਟੇਢੀਆਂ ਮੇਢੀਆਂ ਜੂਨੀਆਂ ਵਿੱਚ ਨਹੀਂ ਪੈਂਦਾ, ਟੇਢੀਆਂ ਮੇਢੀਆਂ ਜੂਨੀਆਂ ਤੋਂ ਮੁਕਤ ਹੋ ਜਾਂਦਾ, ਉਹਨੂੰ ਮੁਕਤੀ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨਾਲ ਗੁਰਸਿੱਖਾਂ ਨੂੰ ਪਾਵਨ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਗੁਰੂ ਕੇ ਅਨੰਨ ਪਿਆਰੇ ਸੇਵਕ ਭਾਈ ਧੁੱਟਾ ਤੇ ਭਾਈ ਜੋਧਾ, ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅਨੰਨ ਪਿਆਰੇ ਸੇਵਕ, ਨਿਕਟ ਵਰਤੀ ਸਿੱਖ ਸੇਵਕਾਂ ਦੇ ਵਿੱਚ ਹੋਏ, ਜਿਨ੍ਹਾਂ ਨੇ ਪਾਵਨ ਸਰੋਵਰ ਦੀ ਸੇਵਾ ਕੀਤੀ, ਗੁਰਚਰਨਾਂ ਵਿੱਚ ਰਹਿ ਕੇ ਸੇਵਾ ਕਮਾਈ। ਇਹ ਚੱਲ ਕਰਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਪਾਵਨ ਉਪਦੇਸ਼ ਲੈਣ ਵਾਸਤੇ ਪਹੁੰਚਦੇ ਨੇ। ਆਓ ਇਸ ਪ੍ਰਕਰਨ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਟੁੱਟੇ ਜੋਦਾ ਜਾਮ ਦਵੈ, ਸ਼੍ਰੀ ਅਰਜਨ ਟਿਗ ਆਏ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਟੁੱਟੇ ਤੇ ਭਾਈ ਜੋਧਾ ਇਹ ਦਿਨ ਦੇ ਦੂਜੇ ਪਹਿਰ ਦੇ ਸਮੇਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕਰਕੇ ਆਏ। ਕਰ ਬੰਧਨ ਬੈਠੀ ਤਬੇ ਬੂਝੀ ਸਹਿਜ ਸੁਭਾਈ। ਇਹਨਾਂ ਦੋਵਾਂ ਨੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬੈਠੇ ਸਹਿਜ ਸੁਭਾਅ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ। ਚੌਪਈ ਸ਼੍ਰੀ ਗੁਰ ਇਮੈ ਹੁਕਮ ਤੁਮਾਰੋ। ਕਹਿਣ ਲੱਗੇ ਹੇ ਸਤਿਗੁਰੂ ਪਾਤਸ਼ਾਹ ਜੀ, ਜਿਸ ਤਰ੍ਹਾਂ ਦੇ ਨਾਲ ਆਪ ਜੀ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਆਪਣਾ ਹੁਕਮ ਬਖਸ਼ ਦਿਓ, ਜਿਸ ਤਰ੍ਹਾਂ ਦੇ ਨਾਲ ਆਪ ਜੀ ਦਾ ਇਹ ਹੁਕਮ ਹੈ। ਮਨ ਇਕਾਗਰ ਕਰ ਭਜਨ ਸੁਧਾਰੋ। ਆਪ ਜੀ ਦਾ ਜੋ ਹੁਕਮ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਲੱਗਿਆ ਮਨ ਨੂੰ ਇਕਾਗਰ ਕਰਨਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਲੱਗਿਆ ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ। ਇਕਾਗਰ ਚਿੱਤ ਹੋ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਹੈ। ਕਰ ਹਾਰੇ ਅਮ ਅਨਿਕ ਉਪਾਏ। ਪਰ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਜੋ ਇਹ ਹੁਕਮ ਹੈ, ਇਸ ਹੁਕਮ ਦੇ ਮੁਤਾਬਕ ਆਪਣੇ ਮਨ ਨੂੰ ਇਕਾਗਰ ਕਰਕੇ ਉਸ ਪਰਮੇਸ਼ਰ ਦਾ ਨਾਮ ਧਿਆਉਣ ਵਾਸਤੇ ਅਸੀਂ ਬਹੁਤ ਯਤਨ ਕੀਤਾ ਪਾਤਸ਼ਾਹ। ਬੜਾ ਯਤਨ ਕਰਕੇ ਅਸੀਂ ਹਾਰ ਗਏ ਹਾਂ। ਨਹੀਂ ਇਕਾਗਰਤਾ ਮਨ ਪਾਏ। ਮਨ ਸਾਡਾ ਜਿਹੜਾ ਉਹ ਇਕਾਗਰਤਾ ਪ੍ਰਾਪਤ ਨਹੀਂ ਕਰਦਾ ਪਾਤਸ਼ਾਹ। ਮਨ ਸਾਡਾ ਇਕਾਗਰ ਨਹੀਂ ਹੁੰਦਾ। ਬਹੁਤ ਯਤਨ ਕੀਤਾ। ਅਕਸਰ ਆਪਾਂ ਵੀ ਸਵਾਲ ਕਰਦੇ ਆ, ਪੁੱਛਦੇ ਆ ਸਤਿਪੁਰਸ਼ਾਂ ਦੇ ਕੋਲੋਂ ਕਿ ਮਨ ਜਿਹੜਾ ਬਾਣੀ ਪੜ੍ਹਦੇ ਆ, ਸਿਮਰਨ ਕਰਨ ਬੈਠਦੇ ਆ, ਮਨ ਸਾਡਾ ਜਿਹੜਾ ਉਹ ਇਕਾਗਰ ਨਹੀਂ ਹੁੰਦਾ, ਮਨ ਬਾਹਰ ਦੌੜਦਾ। ਅਕਸਰ ਇਹ ਸਵਾਲ ਜਿਹੜਾ ਸੰਗਤਾਂ ਕਰਦੀਆਂ ਨੇ। ਇਸੇ ਤਰ੍ਹਾਂ ਇਹਨਾਂ ਗੁਰਸਿੱਖਾਂ ਨੇ ਵੀ ਗੁਰੂ ਪਾਤਸ਼ਾਹ ਜੀ ਦੇ ਨੂੰ ਇਹ ਪੁੱਛਣਾ ਕੀਤਾ ਕਿ ਪਾਤਸ਼ਾਹ ਅਸੀਂ ਬੜਾ ਯਤਨ ਕਰਦੇ ਆ, ਮਨ ਨੂੰ ਇਕਾਗਰ ਕਰਨ ਦਾ, ਰੋਕਦੇ ਆ ਬਾਹਰ ਦੌੜਨ ਤੋਂ ਇੱਧਰ ਉੱਧਰ, ਤੇ ਪਰ ਅਸੀਂ ਹਾਰ ਗਏ ਆ। ਸਾਡਾ ਮਨ ਜਿਹੜਾ ਉਹ ਇਕਾਗਰ ਨਹੀਂ ਹੁੰਦਾ। ਸੁਨ ਸਤਿਗੁਰ ਕੈ ਉੱਤਰ ਤਿਨ ਕੋ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਸੁਣ ਕਰਕੇ ਉੱਤਰ ਦੇਣਾ ਕੀਤਾ। ਪ੍ਰਥਮ ਨ ਲਖੋ ਸੁਭਾਵ ਜੇ ਮਨ ਕੋ। ਹੁਣ ਭਾਈ ਟੁੱਟਾ ਤੇ ਭਾਈ ਜੋਧਾ ਨੂੰ ਗੁਰੂ ਪਾਤਸ਼ਾਹ ਉੱਤਰ ਦਿੰਦੇ ਆ, ਕਹਿਣ ਲੱਗੇ ਭਾਈ ਗੁਰਸਿੱਖੋ, ਇਹ ਮਨ ਦੀ ਜਿਹੜੀ ਪਹਿਲੀ ਹਾਲਤ ਹੈ ਉਹਦੇ ਬਾਰੇ ਤੁਸੀਂ ਨਹੀਂ ਜਾਣਦੇ। ਮਨ ਦੀ ਪਹਿਲੀ ਅਵਸਥਾ ਕੀ ਹੈ, ਮਨ ਦੀ ਹਾਲਤ ਕੀ ਹੈ, ਉਸ ਹਾਲਤ ਦੇ ਬਾਰੇ ਤੁਸੀਂ ਨਹੀਂ ਜਾਣ ਸਕਦੇ। ਲਗੀ ਪਛਾਨਨ ਅਬਗਤ ਅੰਤਰ। ਜਦੋਂ ਤੋਂ ਤੁਸੀਂ ਇਹ ਜਿਹੜਾ ਹੁਕਮ ਸੀ ਗੁਰੂ ਦੇ ਹੁਕਮ ਦੀ ਕਮਾਈ ਕਰਨ ਲੱਗੇ, ਉਪਦੇਸ਼ ਨੂੰ ਕਮਾਉਣ ਦਾ ਯਤਨ ਕੀਤਾ, ਮਨ ਨੂੰ ਇਕਾਗਰ ਕਰਨ ਦਾ ਯਤਨ ਕੀਤਾ, ਫਿਰ ਤੁਹਾਨੂੰ ਪਤਾ ਲੱਗਿਆ ਕਿ ਸਿਮਰਨ ਕਰਦਿਆਂ ਮਨ ਦੌੜਦਾ ਹੈ, ਮਨ ਇਕਾਗਰ ਨਹੀਂ ਹੁੰਦਾ। ਕਿਉਂਕਿ ਪਹਿਲਾਂ ਜਦੋਂ ਤੱਕ ਸਿਮਰਨ ਵਿੱਚ ਨਹੀਂ ਜੁੜੇ, ਬਾਣੀ ਪੜਨ ਨਹੀਂ ਲੱਗੇ, ਉਨੀ ਦੇਰ ਤੱਕ ਮਨ ਦੇ ਵਾਲੇ ਪਾਸੇ ਖਿਆਲ ਨਹੀਂ ਜਾਂਦਾ ਮਨੁੱਖ ਦਾ। ਮਨ ਖਿਆਲ ਨਹੀਂ ਕਰਦਾ, ਮਨੁੱਖ ਖਿਆਲ ਨਹੀਂ ਕਰਦਾ, ਮਨ ਦੌੜਿਆ ਫਿਰਦਾ। ਪਰ ਜਦੋਂ ਸਿਮਰਨ ਕਰਨ ਬੈਠਦਾ ਹੈ, ਬਾਣੀ ਪੜਨ ਬੈਠਦਾ ਹੈ, ਫਿਰ ਖਿਆਲ ਆਉਂਦਾ ਕਿ ਮੇਰਾ ਤਾਂ ਮਨ ਬਾਹਰ ਦੌੜਿਆ ਫਿਰਦਾ। ਪਾਤਸ਼ਾਹ ਕਹਿਣ ਲੱਗੇ ਜਦੋਂ ਤੁਹਾਡੀ ਪਹਿਲੀ ਹਾਲਤ ਸੀ, ਪਹਿਲੀ ਅਵਸਥਾ ਸੀ ਮਨ ਦੀ, ਉਹਦੇ ਬਾਬਤ ਉਦੋਂ ਤੁਸੀਂ ਨਹੀਂ ਸੀ ਜਾਣਦੇ। ਹੁਣ ਤੁਹਾਨੂੰ ਪਤਾ ਲੱਗਿਆ ਕਿ ਸਿਮਰਨ ਕਰਨ ਲੱਗੇ ਆ ਮਨ ਦੀ ਇਕਾਗਰਤਾ ਨਹੀਂ ਬਣਦੀ। ਇਹਦੇ ਬਾਬਤ ਜਦੋਂ ਹੁਣ ਤੁਸੀਂ ਹੁਕਮ ਨੂੰ ਕਮਾਉਣਾ ਕੀਤਾ, ਉਪਦੇਸ਼ ਨੂੰ ਕਮਾਈ ਕਰਨ ਲੱਗੇ, ਤਾਂ ਤੁਹਾਨੂੰ ਇਹ ਪਤਾ ਲੱਗਿਆ ਹੈ। ਇਸੀ ਯਤਨ ਮੈਂ ਰਹੋ ਨਿਰੰਤਰ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਨਿਰੰਤਰ ਇਹ ਯਤਨ ਕਰਦੇ ਰਹਿਣਾ ਹੈ ਮਨ ਨੂੰ ਇਕਾਗਰ ਕਰਨ ਦਾ। ਇਹ ਨਹੀਂ ਕਿ ਜੀ ਮਨ ਤਾਂ ਸਾਡਾ ਬਾਹਰ ਦੌੜਿਆ ਫਿਰਦਾ, ਬਾਣੀ ਪੜ੍ਹਨੀ ਛੱਡ ਦਈਏ, ਸਿਮਰਨ ਕਰਨਾ ਛੱਡ ਦਈਏ, ਜੀ ਕੀ ਫਾਇਦਾ, ਮਨ ਤਾਂ ਟਿਕਦਾ ਨਹੀਂ। ਪਰ ਪਾਤਸ਼ਾਹ ਕਹਿੰਦੇ ਨਹੀਂ, ਛੱਡਣਾ ਨਹੀਂ, ਮਨ ਨੂੰ ਜੋੜਨ ਦਾ, ਮਨ ਨੂੰ ਇਕਾਗਰ ਕਰਨ ਦਾ ਜਿਹੜਾ ਯਤਨ ਹੈ ਉਹ ਨਿਰੰਤਰ ਇਸੇ ਤਰ੍ਹਾਂ ਕਰਦੇ ਰਹਿਣਾ ਹੈ। ਨਿਕਸੀ ਮਨ ਪੁਨ ਜੋਰੋ ਆਨ। ਤੇ ਜਦੋਂ ਮਨ ਬਾਹਰ ਦੇ ਜਿਹੜੇ ਦੌੜਿਆ ਫਿਰਦਾ ਉਧਰੋਂ ਨਿਕਲ ਜਾਵੇਗਾ, ਮਨ ਜਦੋਂ ਟਿਕ ਜਾਵੇਗਾ, ਕਿਉਂਕਿ ਮਨ ਦੌੜਿਆ ਫਿਰਦਾ, ਦੁਨਿਆਵੀ ਪਦਾਰਥਾਂ ਦੀ ਦੌੜ ਲੱਗੀ ਹੈ, ਮਨ ਇੱਧਰ ਉੱਧਰ ਦੌੜਦਾ, ਰਸ ਕਸ ਵੇਖਦਾ, ਬੜੇ ਜਿਹੜੇ ਰੰਗ ਤਮਾਸ਼ੇ ਨੇ ਦੁਨੀਆ ਦੇ ਵੇਖਣ ਵਿੱਚ ਲੱਗਾ ਹੋਇਆ ਮਨ, ਇਹ ਕਦੀ ਵੀ ਨਹੀਂ ਰੱਜਦਾ ਵੇਖ ਕੇ। ਚਾਰੇ ਦਿਸ਼ਾਵਾਂ ਦੇ ਵਿੱਚ ਦੌੜਿਆ ਫਿਰ, 10 ਦਿਸ਼ਾਵਾਂ ਵਿੱਚ ਦੌੜਿਆ ਫਿਰਦਾ।
ਸੋ ਪਾਤਸ਼ਾਹ ਕਹਿਣ ਲੱਗੇ ਜਦੋਂ ਉਸ ਪਾਸੇ ਵੱਲੋਂ ਨਿਕਲ ਜਾਏਗਾ, ਨਿਕਲ ਕਰਕੇ ਫਿਰ ਜਿਹੜਾ ਮਨ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਟਿਕ ਜਾਏਗਾ, ਜੁੜ ਜਾਏਗਾ। ਪੁਨ ਪੁਨ ਰੋਕੋ ਬਨ ਸਵਦਾਨ। ਇਹਨੂੰ ਹਰ ਵੇਲੇ ਰੋਕਦੇ ਰਹਿਣਾ, ਸਾਵਧਾਨ ਹੋ ਕੇ। ਜਦੋਂ ਬਾਣੀ ਪੜਨ ਬੈਠਾਂਗੇ, ਸਿਮਰਨ ਕਰਾਂਗੇ ਤੇ ਮਨ ਦੌੜੇਗਾ, ਫਿਰ ਮੋੜ ਕੇ ਲਿਆਉਣਾ, ਫਿਰ ਮੋੜ ਕੇ ਇਹਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਜੋੜਨਾ। ਇਸ ਤਰ੍ਹਾਂ ਕਰਕੇ ਬਾਰ-ਬਾਰ ਇਹ ਮਨ ਨੂੰ ਮੋੜ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਲਾਉਣਾ ਹੈ। ਸਹਿਜ ਸੁਭਾਇਕ ਥਿਰਤਾ ਹੋਏ। ਤੇ ਫਿਰ ਜਦੋਂ ਇਸ ਤਰ੍ਹਾਂ ਦੇ ਨਾਲ ਜਦੋਂ ਯਤਨ ਕਰਾਂਗੇ, ਯਤਨ ਕਰਦਿਆਂ ਫਿਰ ਸਹਿਜ ਸੁਭਾਅ ਜਿਹੜਾ ਮਨ ਹੈ ਉਹ ਟਿਕ ਜਾਏਗਾ, ਸਥਿਰਤਾ ਵਿੱਚ ਆ ਜਾਏਗਾ, ਇਕਾਗਰ ਹੋ ਜਾਏਗਾ, ਫਿਰ ਦੌੜੇਗਾ ਨਹੀਂ ਮਨ। ਫਿਰ ਇਹ ਜਿਹੜਾ ਟਿਕਾ ਵਿੱਚ ਆ ਜਾਏਗਾ, ਮਨ ਨੂੰ ਸਥਿਰਤਾ ਪ੍ਰਾਪਤ ਹੋ ਜਾਏਗੀ, ਮਨ ਇਕਾਗਰ ਹੋ ਜਾਏਗਾ, ਫਿਰ ਨਹੀਂ ਦੌੜੇਗਾ। ਇਸ ਤਰ੍ਹਾਂ ਦੇ ਨਾਲ ਜਦੋਂ ਯਤਨ ਕਰੋਗੇ ਪਾਉ ਸ਼੍ਰੀ ਕਸ਼ਟ ਗਨ ਖੋਏ। ਇਸ ਤਰ੍ਹਾਂ ਦੇ ਨਾਲ ਯਤਨ ਕਰਦੇ ਆ, ਜਦੋਂ ਮਨ ਸਿਮਰਨ ਵਿੱਚ ਟਿਕ ਗਿਆ ਤੇ ਸ਼੍ਰੀ ਕਹਿੰਦੇ ਨੇ ਮੁਕਤੀ ਨੂੰ। ਫਿਰ ਪਾਤਸ਼ਾਹ ਕਹਿਣ ਲੱਗੇ ਸਿਮਰਨ ਕਰਦਿਆਂ ਮੁਕਤੀ ਨੂੰ ਪ੍ਰਾਪਤ ਕਰ ਲਓਗੇ। ਕਸ਼ਟ ਗਨ ਖੋਏ, ਅਨੇਕਾਂ ਜਿਹੜੇ ਕਸ਼ਟ ਨੇ ਉਹ ਤੁਹਾਡੇ ਦੂਰ ਹੋ ਜਾਣਗੇ, ਖਤਮ ਹੋ ਜਾਣਗੇ। ਸੁਨ ਉਪਦੇਸ਼ ਯਤਨ ਤਿਮਠਾਨਾ। ਹੁਣ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਸੁਣਿਆ ਗੁਰਸਿੱਖਾਂ ਨੇ, ਸੁਣ ਕਰਕੇ ਉਪਦੇਸ਼ ਨੂੰ ਜਿਹੜਾ ਕਮਾਉਣ ਦਾ ਯਤਨ ਕਰਨ ਲੱਗੇ। ਸੋ ਪ੍ਰਾਪਤ ਹੋਈ ਕਲਿਆਣਾ। ਉਸੇ ਪ੍ਰਕਾਰ ਯਤਨ ਕਰਦਿਆਂ ਇੱਕ ਦਿਨ ਐਸਾ ਆਇਆ ਕਿ ਮਨ ਜਿਹੜਾ ਸੀ ਉਹ ਸਥਿਰਤਾ ਵਿੱਚ ਆ ਗਿਆ, ਮਨ ਟਿਕ ਗਿਆ, ਮਨ ਦਾ ਜਿਹੜਾ ਸੀ ਟਿਕਾਓ ਬਣ ਗਿਆ, ਮਨ ਜਿਹੜਾ ਸੀ ਉਹ ਗੁਰੂ ਸ਼ਬਦ ਨਾਲ ਸਿਮਰਨ ਨਾਲ ਜੁੜ ਗਿਆ ਤੇ ਦੋਵੇਂ ਜਿਹੜੇ ਨੇ ਇਹਨਾਂ ਨੇ ਕਲਿਆਣ ਪ੍ਰਾਪਤ ਕੀਤੀ, ਮੁਕਤੀ ਨੂੰ ਪ੍ਰਾਪਤ ਹੋਏ। ਮੰਜ ਕੀ ਸੰਗ ਪਿਰਾਣਾ ਆਇਓ। ਫਿਰ ਭਾਈ ਮੰਝ ਤੇ ਭਾਈ ਪ੍ਰਾਣਾ ਚੱਲ ਕੇ ਗੁਰੂ ਸਾਹਿਬ ਜੀ ਦੇ ਕੋਲ ਆਏ। ਹਰ ਰੋਜ਼ ਅਨੇਕਾਂ ਜਿੱਥੇ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਆ ਕੇ ਦਰਸ਼ਨ ਪਰਸਦੀਆਂ, ਜੋ ਵੀ ਮਨ ਅੰਦਰ ਕੋਈ ਸਵਾਲ ਹੁੰਦਾ ਉਹ ਵੀ ਗੁਰੂ ਸਾਹਿਬ ਜੀ ਨਾਲ ਸਾਂਝਾ ਕਰਦੇ, ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਦੀ ਬਖਸ਼ਿਸ਼ ਲੈਣ ਵਾਸਤੇ, ਉਪਦੇਸ਼ ਪ੍ਰਾਪਤ ਕਰਨ ਵਾਸਤੇ ਬੇਨਤੀਆਂ ਕਰਦੇ। ਭਾਈ ਮੰਝ ਤੇ ਭਾਈ ਪ੍ਰਾਣਾ ਵੀ ਚੱਲ ਕਰਕੇ ਆਏ। ਸਤਿਗੁਰ ਆਗੇ ਸੀਸ ਨਿਵਾਇਓ। ਇਹਨਾਂ ਦੋਵਾਂ ਨੇ ਆ ਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ, ਸੀਸ ਨਿਵਾਇਆ ਹੈ। ਦਿਓ ਉਪਦੇਸ਼ ਹੋਏ ਕਲਿਆਣੀ। ਕਹਿਣ ਲੱਗੇ ਹੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਕਿਰਪਾ ਕਰਕੇ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰੋ, ਜਿਸ ਉਪਦੇਸ਼ ਦੇ ਨਾਲ ਸਾਡੀ ਕਲਿਆਣ ਹੋ ਜਾਵੇ। ਸ਼੍ਰੀ ਮੁਕਤੀ ਸ਼ੁਭ ਬਾਕ ਬਖਾਨੀ। ਇਹ ਭਾਈ ਮੰਝ ਤੇ ਭਾਈ ਪ੍ਰਾਣੇ ਦੀ ਬੇਨਤੀ ਨੂੰ ਸੁਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਪਾਵਨ ਮੁਖ ਤੋਂ ਬੋਲੇ, ਕਹਿਣ ਲੱਗੇ ਸਰਵਰ ਕੀ ਮੁਰੀਦ ਤੁਮ ਦੋ। ਕਹਿਣ ਲੱਗੇ ਤੁਸੀਂ ਤਾਂ ਸਖੀ ਸਰਵਰ ਦੇ ਦੋਵੇਂ ਪੁਜਾਰੀ ਹੋ, ਮੁਰੀਦ ਹੋ, ਉਹਦੇ ਚੇਲੇ ਹੋ। ਤੁਸੀਂ ਤਾਂ ਸਖੀ ਸਰਵਰ ਦੀ ਪੂਜਾ ਕਰਦੇ ਹੋ। ਇਹ ਸਖੀ ਸਰਵਰ 1250 ਦੇ ਵਿੱਚ ਪਾਕਿਸਤਾਨ ਦੇ ਵਿੱਚ ਗਾਜੀ ਖਾਨ ਜ਼ਿਲ੍ਹੇ ਦਾ ਇੱਕ ਨਗਰ ਹੈ ਨਗਾਹਾ। ਉਹ ਨਗਾਹੇ ਦੇ ਵਿੱਚ ਇਹਨੇ ਜਿਹੜਾ ਸੀ ਆਪਣਾ ਸਰੀਰ ਛੱਡਿਆ। ਇਹਨੂੰ ਲਾਲਾ ਵਾਲਾ ਕਹਿੰਦੇ ਨੇ, ਇਹਨੂੰ ਨਗਾਏ ਵਾਲਾ ਪੀਰ ਕਹਿੰਦੇ ਨੇ, ਇਹਨੂੰ ਲੱਖ ਦਾਤਾ ਕਹਿੰਦੇ ਨੇ, ਕਈ ਨਾਮ ਨੇ ਇੱਕੋ ਪੀਰ ਦੇ, ਕਿਸੇ ਨੂੰ ਪਤਾ ਹੈ ਨਹੀਂ, ਪਰ ਵੀਰਵਾਰ ਨੂੰ ਦੀਵਾ ਸਾਰੇ ਜਗਾਏ ਜਾਂਦੇ ਨੇ। ਹੁਣ ਇਹ ਪੰਜਾਬ ਦੀ ਧਰਤੀ ਤੇ ਆਇਆ ਨਹੀਂ, ਉਹ ਪਾਕਿਸਤਾਨ ਦੇ ਜ਼ਿਲ੍ਹਾ ਗਾਜੀ ਖਾਨ ਦਾ ਨਗਾਹੇ ਪਿੰਡ ਵਿੱਚ ਇਹਨੇ ਸਰੀਰ ਛੱਡਿਆ। ਸਖੀ ਸਰਵਰ ਇਹਨੂੰ ਤਾਂ ਕਹਿੰਦੇ ਸਨ ਕਿ ਜਦੋਂ ਇਹਨੂੰ ਕੋਈ ਵਸਤੂ ਭੇਟ ਕਰਦਾ ਤੇ ਅੱਗੇ ਵੰਡ ਦਿੰਦਾ, ਇਸ ਕਰਕੇ ਦਾ ਨਾਮ ਸਖੀ ਸਰਵਰ ਸੀ। ਤੇ ਇਹਨੇ ਉੱਥੇ ਜਦੋਂ ਸਰੀਰ ਛੱਡਿਆ, ਉਹ ਨਗਾਏ ਨਗਰ ਦੇ ਵਿੱਚ ਇਹਦੀ ਦਰਗਾਹ ਬਣੀ ਹੈ। ਤੇ ਅੱਜ ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਤੇ ਪੀਰ ਬਣੇ ਨੇ ਜੀ। ਆ ਲਾਲਾ ਵਾਲਾ ਪੀਰ ਹੈ ਜੀ, ਆ ਲੱਖ ਦਾਤਾ ਪੀਰ ਹੈ ਜੀ, ਨਗਾਏ ਵਾਲਾ ਪੀਰ ਹੈ। ਪਿਛੋਕੜ ਕਿਸੇ ਨੂੰ ਕੁਝ ਵੀ ਪਤਾ ਨਹੀਂ, ਬਸ ਭੇਡ ਚਾਲ ਉਹ ਵੇਖੋ ਵੇਖੀ ਸਾਰੇ ਲੱਗੇ ਹੋਏ ਆ। ਹੁਣ ਜਿਹੜਾ ਕਹਿਣ ਲੱਗੇ ਪਾਤਸ਼ਾਹ ਕਿ ਤੁਸੀਂ ਤਾਂ ਸਖੀ ਸਰਵਰ ਦੇ ਮੁਰੀਦ ਹੋ, ਸਿੱਖੀ ਕਠਨ ਕਮਾਈ ਨ ਸੋ। ਤੇ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇ ਸਿੱਖੀ ਕਮਾਉਣੀ ਬਹੁਤ ਕਠਨ ਹੈ। ਤੁਸੀਂ ਗੁਰੂ ਨਾਨਕ ਦੇ ਸਿੱਖੀ ਮੰਗਦੇ ਹੋ, ਗੁਰੂ ਨਾਨਕ ਦੇ ਸਿੱਖੀ ਜਿਹੜੀ ਕਮਾਉਣੀ ਉਹ ਬਹੁਤ ਕਠਨ ਹੈ, ਇਹਨੂੰ ਕੋਈ ਵਿਰਲਾ ਹੀ ਕਮਾ ਸਕਦਾ ਹੈ। ਕਹਿਣ ਲੱਗੇ ਤੁਮ ਦਰਸ਼ਨ ਭਇਓ। ਹੁਣ ਇਹ ਦੋਵੇਂ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਜਦੋਂ ਤੋਂ ਅਸੀਂ ਤੁਹਾਡੇ ਦਰਸ਼ਨ ਕੀਤੇ ਨੇ,
ਪਾਤਸ਼ਾਹ ਜਦੋਂ ਤੋਂ ਆਪ ਜੀ ਦੇ ਸਾਨੂੰ ਦਰਸ਼ਨ ਪ੍ਰਾਪਤ ਹੋਏ ਹਨ, ਤਬ ਤੇ ਅਮਰੋ ਮਨ ਫਿਰ ਗਇਓ। ਪਾਤਸ਼ਾਹ ਉਦੋਂ ਤੋਂ ਸਾਡਾ ਜਿਹੜਾ ਮਨ ਉਹ ਬਦਲ ਗਿਆ ਹੈ। ਅਸੀਂ ਜ਼ਰੂਰ ਸਖੀ ਸਰਵਰ ਦੇ ਪੁਜਾਰੀ ਉਹਦੀ ਪੂਜਾ ਜ਼ਰੂਰ ਕਰਦੇ ਸੀ, ਪਰ ਜਦੋਂ ਤੋਂ ਆਪ ਜੀ ਦੇ ਦਰਸ਼ਨ ਹੋਏ ਨੇ ਪਾਤਸ਼ਾਹ, ਦਰਸ਼ਨ ਕਰਦਿਆਂ ਸਾਡਾ ਜਿਹੜਾ ਉਹ ਮਨ ਬਦਲ ਗਿਆ ਹੈ। ਹਿੰਦੂ ਜਨਮ ਹਮ ਤੁਰਕ ਮਨਾਵੇ। ਅਸੀਂ ਸੋਚਿਆ ਕਿ ਹਿੰਦੂਆਂ ਦੇ ਘਰ ਵਿੱਚ ਸਾਡਾ ਜਨਮ ਹੋਇਆ, ਅਸੀਂ ਤੁਰਕਾਂ ਦੀ ਪੂਜਾ ਕਰਦੇ ਫਿਰਦੇ ਆ, ਉਹ ਤੁਰਕ ਨੂੰ ਪੂਜਦੇ ਹਾਂ। ਗਇਓ ਧਰਮ ਪਰ ਲੋਕ ਗਵਾਵੇ। ਸਾਡਾ ਧਰਮ ਤਾਂ ਚਲਾ ਹੀ ਗਿਆ, ਧਰਮ ਤਾਂ ਅਸੀਂ ਗਵਾ ਲਿਆ, ਤੇ ਹੁਣ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਪਰਲੋਕ ਵੀ ਚਲਾ ਜਾਏ, ਸਾਡਾ ਪਰਲੋਕ ਵੀ ਵਿਗੜ ਜਾਏ, ਅਸੀਂ ਇਹ ਹੁਣ ਨਹੀਂ ਚਾਹੁੰਦੇ। ਸੁਨ ਗੁਰ ਕਿਓ ਜਾਓ ਨਿਜ ਧਾਮ। ਤੇ ਹੁਣ ਜਦੋਂ ਇਸ ਤਰ੍ਹਾਂ ਦੇ ਨਾਲ ਭਾਈ ਮੰਝ ਤੇ ਭਾਈ ਪ੍ਰਾਣੇ ਨੇ ਫਿਰ ਬੇਨਤੀ ਕੀਤੀ ਪਾਤਸ਼ਾਹ ਨੂੰ, ਪਾਤਸ਼ਾਹ ਕਿਰਪਾ ਕਰੋ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਤੁਸੀਂ ਤਾਂ ਪਹਿਲਾਂ ਹੀ ਕਿਸੇ ਦੇ ਜਿਹੜੀ ਆ ਸਿੱਖਿਆ ਲਈ ਫਿਰਦੇ ਹੋ, ਪੀਰ ਆਪਣਾ ਗੁਰੂ ਮਨਾਈ ਬੈਠੇ ਹੋ। ਜਿਵੇਂ ਭਾਂਡੇ ਤੇ ਭਾਂਡਾ ਨਹੀਂ ਟਿਕਦਾ, ਉਵੇਂ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਪਾਤਸ਼ਾਹ ਕਹਿਣ ਲੱਗੇ ਕਿ ਜਾਓ, ਪਹਿਲਾਂ ਹੋ ਸਕਦਾ ਕਿ ਘਰ ਦੇ ਵਿੱਚ ਆਪਾਂ ਵੇਖਦੇ ਆ ਭਾਂਡੇ ਦੇ ਉੱਪਰ ਮਾਈਆਂ ਭਾਂਡਾ ਟਿਕਾ ਵੀ ਲੈਂਦੀਆਂ ਨੇ, ਪਰ ਕਹਿਣ ਲੱਗੇ ਸਿੱਖੀ ਤੇ ਸਿੱਖੀ ਨਹੀਂ ਟਕਣੀ, ਇਹ ਬਹੁਤ ਕਠਿਨ ਹੈ, ਬਹੁਤ ਔਖਾ ਹੈ। ਤੇ ਪਾਤਸ਼ਾਹ ਕਹਿਣ ਲੱਗੇ ਜਾਓ ਪਹਿਲਾਂ ਆਪਣੇ ਘਰ ਦੇ ਵਿੱਚ ਜਾ ਕਰਕੇ ਜਿਹੜਾ ਤੁਹਾਡਾ ਜਿੱਥੇ ਨਿਵਾਸ ਹੈ, ਪ੍ਰਥਮ ਢਾਓ ਸੁਲਤਾਨ ਮੁਕਾਮ। ਉਹ ਸਖੀ ਸਰਵਰ ਦੀ ਜਿਹੜੀ ਤੁਸੀਂ ਜਿਹੜੀ ਬਣਾਇਆ ਹੋਈ ਹੈ, ਉਹਦੀ ਕਬਰ ਬਣਾਈ ਹੈ, ਘਰ ਦੇ ਵਿੱਚ ਜਗ੍ਹਾ ਬਣਾਈ ਹੈ, ਉਹਨੂੰ ਜਾ ਕਰਕੇ ਘਰ ਦੇ ਵਿੱਚੋਂ ਪਹਿਲਾਂ ਢਾਉਣਾ ਕਰੋ। ਪੁਨਿਆਵੋ ਅਮ ਸਿੱਖ ਬਣਾਵੇ। ਤੇ ਫਿਰ ਸਾਡੇ ਕੋਲ ਚੱਲ ਕੇ ਆਇਓ ਭਾਈ ਮੰਝ ਤੇ ਭਾਈ ਪ੍ਰਾਣਾ ਜੀ, ਪਹਿਲਾਂ ਜਾਓ ਸਖੀ ਸਰਵਰ ਦੀ ਉਹ ਬਣਾਈ ਹੋਈ ਥਾਂ ਨੂੰ ਢਾਓ, ਤੇ ਢਾ ਕਰਕੇ ਫਿਰ ਸਾਡੇ ਕੋਲ ਚੱਲ ਕੇ ਆਇਓ, ਫਿਰ ਅਸੀਂ ਤੁਹਾਨੂੰ ਆਪਣੇ ਸਿੱਖ ਬਣਾਵਾਂਗੇ। ਸ਼ੁਭ ਆਪਨੋ ਉਪਦੇਸ਼ ਬਤਾਵੇ। ਫਿਰ ਇਸ ਪ੍ਰਕਾਰ ਦੇ ਨਾਲ ਤੁਹਾਨੂੰ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰਾਂਗੇ। ਸੁਨਤ ਜਾਏ ਤਿਸ ਥਾਨ ਬਿਦਾਰਾ। ਤੇ ਹੁਣ ਗੁਰੂ ਸਾਹਿਬ ਜੀ ਦਾ ਹੁਕਮ ਪਾ ਕੇ ਭਾਈ ਮੰਝ ਤੇ ਭਾਈ ਪ੍ਰਾਣਾ ਜੀ ਗੁਰੂ ਸਾਹਿਬ ਜੀ ਦਾ ਹੁਕਮ ਪਾ ਕਰਕੇ ਘਰ ਗਏ। ਘਰ ਜਾ ਕੇ ਜਿਹੜੀ ਉਹ ਸਖੀ ਸਰਵਰ ਦੀ ਬਣਾਈ ਹੋਈ ਜਗ੍ਹਾ ਸੀ, ਇਹਨਾਂ ਨੇ ਉਹ ਜਾ ਕੇ ਢਾਈ ਹੈ, ਉਹਨੂੰ ਢਾਉਣਾ ਕੀਤਾ। ਗੁਰ ਟਿਗ ਆਈ ਪ੍ਰਸੰਗ ਉਚਾਰਾ। ਉਹਨੂੰ ਢਾ ਕਰਕੇ ਫਿਰ ਦੋਨੋਂ ਵਾਪਸ ਚੱਲ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਤੇ ਆ ਕਰਕੇ ਉਹ ਸਾਰਾ ਜਿਹੜਾ ਪ੍ਰਸੰਗ ਹੈ ਉਹ ਸੁਣਾਉਣਾ ਕੀਤਾ। ਸ਼੍ਰੀ ਮੁਕਤੀ ਸੇਵਾ ਫੁਰਮਾਈ। ਤੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨਿਆ, ਕਿਉਂਕਿ ਹੁਕਮ ਮੰਨਿਆ ਹੋਵਾ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਦਾ ਹੁਕਮ ਜਿਹੜਾ ਕਮਾ ਲੈਂਦਾ, ਮੰਨ ਲੈਂਦਾ, ਫਿਰ ਉਹਨੂੰ ਆਪਣੇ ਮਾਲਕ ਦਾ ਜਿਹੜਾ ਮਹਿਲ ਹੈ, ਉਹਨੂੰ ਮਾਲਕ ਦੇ ਚਰਨਾਂ ਦੇ ਵਿੱਚ ਥਾਂ ਮਿਲਦੀ ਹੈ, ਮਾਲਕ ਦੀ ਖੁਸ਼ੀ ਮਿਲਦੀ ਹੈ। ਤੇ ਹੁਣ ਇਹਨਾਂ ਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨਿਆ, ਤੇ ਦੋਵੇਂ ਚੱਲ ਕਰਕੇ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਆਏ, ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨਾਂ ਨੂੰ ਹੁਣ ਸੇਵਾ ਬਖਸ਼ਿਸ਼ ਕੀਤੀ ਹੈ। ਮੰਝ ਵੈਰ ਤੇ ਈਂਧਨ ਲਿਆਈ। ਹੁਣ ਭਾਈ ਮੰਝ ਨੂੰ ਕੀ ਸੇਵਾ ਬਖਸ਼ੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ? ਕਹਿਣ ਲੱਗੇ ਭਾਈ ਮੰਝ ਜੀ, ਤੁਸੀਂ ਬਾਹਰੋਂ ਜੰਗਲਾਂ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆਉਣੀਆਂ ਗੁਰੂ ਕੇ ਲੰਗਰਾਂ ਵਾਸਤੇ, ਗੁਰੂ ਕੇ ਲੰਗਰ ਤਿਆਰ ਕਰਨ ਵਾਸਤੇ ਬਾਹਰੋਂ ਜੰਗਲ ਦੇ ਵਿੱਚੋਂ ਜਾ ਕਰਕੇ ਲੱਕੜਾਂ ਕੱਟ ਕੇ ਲਿਆਉਣੀਆਂ ਹਨ। ਤੂੰ ਚੁੱਲ੍ਹੇ ਝੋਕਣ ਪਰ ਰਹੋ। ਤੇ ਭਾਈ ਪ੍ਰਾਣੇ ਨੂੰ ਸੇਵਾ ਬਖਸ਼ਿਸ਼ ਕੀਤੀ ਕਿ ਤੂੰ ਚੁੱਲ੍ਹੇ ਦੇ ਵਿੱਚ ਬਾਲਣ ਝੋਕਣਾ ਹੈ। ਚੁੱਲ੍ਹਾ ਜਦੋਂ ਬਾਲਣਾ ਉਹਦੇ ਵਿੱਚ ਜਿਹੜਾ ਬਾਲਣ ਪਾਉਣਾ ਹੈ, ਪੱਤੇ ਆਦਿਕ ਲਾਉਣੇ ਨੇ। ਪਾਤਸ਼ਾਹ ਕਹਿੰਦੇ ਚੁੱਲ੍ਹਾ ਝੋਕਣ ਦੀ ਜਿਹੜੀ ਸੇਵਾ ਭਾਈ ਪ੍ਰਾਣਾ ਜੀ ਉਹ ਤੁਸੀਂ ਕਰਨੀ ਹੈ। ਇਹ ਸਿੱਖਨ ਕੀ ਸੇਵਾ ਲਹੋ। ਤੇ ਪਾਤਸ਼ਾਹ ਕਹਿਣ ਲੱਗੇ ਗੁਰੂ ਕੇ ਸਿੱਖਾਂ ਦੀ ਸੇਵਾ ਇਸ ਪ੍ਰਕਾਰ ਦੇ ਨਾਲ ਕਰਨਾ ਕਰੋ। ਅੰਤੈ ਕਰਨ ਸ਼ੁੱਧ ਹੋਏ ਜਬੇ। ਸੇਵਾ ਕਰਦਿਆਂ ਕਰਦਿਆਂ ਜਦੋਂ ਅੰਤਸ਼ਕਰਨ ਸ਼ੁੱਧ ਹੋ ਜਾਏਗਾ, ਸੇਵਾ ਕਰਦਿਆਂ ਕਰਦਿਆਂ ਜਦੋਂ ਹਿਰਦੇ ਦੀ ਮੈਲ ਉਤਰ ਜਾਏਗੀ, ਹਮ ਉਪਦੇਸ਼ ਬਤਾਵੇਂ ਤਬੇ। ਫਿਰ ਤੁਹਾਨੂੰ ਆਪਣਾ ਅਸੀਂ ਪਾਵਨ ਉਪਦੇਸ਼ ਬਖਸ਼ਿਸ਼ ਕਰਾਂਗੇ। ਲੋੜ ਹੈ ਪਹਿਲਾਂ ਅੰਤਸ਼ਕਰਨ ਨੂੰ ਸ਼ੁੱਧ ਕਰਨ ਦੀ, ਹਿਰਦੇ ਨੂੰ ਸ਼ੁੱਧ ਕਰਨ ਦੀ। ਸੇਵਾ ਵੀ ਸੇਵਾ ਕਰਦਿਆਂ ਮਨ ਵਿੱਚ ਖਿਆਲ ਰਹੇ ਕਿ ਭਾਵਨੀ ਵਿੱਚ ਰਹਿ ਕੇ ਸੇਵਾ ਕੀਤੀ ਜਾਏ। ਮਨ ਅੰਦਰ ਕਿਤੇ ਹਉਮੈ ਹੰਕਾਰ ਨਾ ਆਵੇ, ਮੈਂ ਨਾ ਆ ਜਾਵੇ ਮੈਂ ਸੇਵਾ ਕਰਦਾ, ਮਨ ਵਿੱਚ ਹਉਮੈ ਆ ਜਾਏ, ਹੰਕਾਰ ਆ ਜਾਏ, ਸੇਵਾ ਕਰਦਿਆਂ ਕਿਤੇ ਗੁਮਾਨ ਆ ਜਾਏ, ਫਿਰ ਗੁਰੂ ਦਾ ਉਪਦੇਸ਼ ਨਹੀਂ ਮਿਲਣਾ, ਗੁਰੂ ਦੀ ਖੁਸ਼ੀ ਨਹੀਂ ਮਿਲਣੀ।
ਗੁਰੂ ਦੀ ਖੁਸ਼ੀ, ਗੁਰੂ ਦਾ ਉਪਦੇਸ਼ ਉਦੋਂ ਪ੍ਰਾਪਤ ਹੋਣਾ ਹੈ ਜਦੋਂ ਬੜੇ ਨਿਰਮਾਣਤਾ ਸਹਿਤ, ਬੜੇ ਨੀਵੇਂ ਹੋ ਕੇ, ਬੜੇ ਨਿਮਰਤਾ ਹਿਰਦੇ ਵਿੱਚ ਰੱਖ ਕੇ, ਹਉਮੈ ਹੰਕਾਰ ਤੋਂ, ਮੈਂ ਮੇਰੀ ਤੋਂ ਉੱਪਰ ਉੱਠ ਕਰਕੇ ਗੁਰੂ ਸਾਹਿਬ ਦੀ ਸੇਵਾ ਕਮਾਵਾਂਗੇ, ਫਿਰ ਹਿਰਦੇ ਦੀ ਮੈਲ ਉਤਰਨੀ ਹੈ। ਨਹੀਂ ਤਾਂ ਹਉਮੈ ਹੰਕਾਰ ਦੀ ਮੈਲ ਤਾਂ ਫਿਰ ਹੋਰ ਜ਼ਿਆਦਾ ਚੰਬੜਦੀ ਜਾਏਗੀ। ਤੇ ਪਾਤਸ਼ਾਹ ਤੇ ਕਹਿੰਦੇ ਹਉਮੈ ਨਾਵਾ ਨਾਲ ਵਿਰੋਧ ਹੈ, ਦੋਏ ਨਾ ਵਸਾ ਇੱਕ ਠਾਏ, ਹਰ ਜਿਉ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਏ। ਨਹੀਂ ਪਾਉਂਦਾ ਗੁਰੂ ਨੂੰ ਇਹ ਸਾਰਾ ਕੁਝ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਜਦੋਂ ਪ੍ਰੇਮ ਨਾਲ, ਭਾਵਨਾ ਨਾਲ ਗੁਰੂ ਕੇ ਸਿੱਖਾਂ ਦੀ ਸੇਵਾ ਕਰੋਗੇ, ਸੇਵਾ ਕਰਦਿਆਂ ਕਰਦਿਆਂ ਜਦੋਂ ਤੁਹਾਡਾ ਅੰਤਸ਼ਕਰਨ ਸ਼ੁੱਧ ਹੋ ਜਾਏਗਾ, ਹਿਰਦੇ ਦੀ ਮੈਲ ਉਤਰੇਗੀ, ਫਿਰ ਤੁਹਾਨੂੰ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰਾਂਗੇ। ਨਿਤ ਗੁਰ ਸ਼ਬਦ ਸੁਨੋ ਮਨ ਲਾਏ। ਤੇ ਗੁਰੂ ਕਾ ਸ਼ਬਦ ਸੁਣਨਾ, ਮਨ ਲਾ ਕੇ, ਚਿੱਤ ਲਾ ਕੇ ਗੁਰੂ ਕਾ ਸ਼ਬਦ ਸੁਣਨਾ, ਸੇਵਾ ਕਰਨੀ ਹੈ ਪ੍ਰੇਮ ਦੇ ਨਾਲ, ਨਿਮਰਤਾ ਨਾਲ, ਤਾਂ ਕਿ ਹਿਰਦੇ ਦੀ ਮੈਲ ਉਤਰ ਜਾਏ। ਤੇ ਸਿਮਰਨ ਕਰਨਾ, ਸ਼ਬਦ ਨੂੰ ਸੁਣਨਾ, ਇੱਕ ਚਿੱਤ ਹੋ ਕੇ, ਮਨ ਲਾ ਕੇ ਗੁਰੂ ਕੇ ਸ਼ਬਦ ਨੂੰ ਸੁਣਨਾ ਹੈ। ਕਥਾ ਕੀਰਤਨ ਹੋਏ ਜਿਸ ਥਾਏ। ਜਿਸ ਥਾਂ ਤੇ ਕਥਾ ਹੁੰਦੀ ਹੋਵੇ, ਕੀਰਤਨ ਹੁੰਦਾ ਹੋਵੇ, ਪ੍ਰਮਾਤਮਾ ਦੀ ਵਡਿਆਈ ਕੀਤੀ ਜਾਂਦੀ ਹੋਵੇ, ਉਸ ਥਾਂ ਤੋਂ ਕਥਾ ਕੀਰਤਨ ਨੂੰ ਇੱਕ ਚਿੱਤ ਹੋ ਕਰਕੇ ਸੁਣਨਾ ਹੈ। ਸਿੱਖਨ ਝੂਠੇ ਬਾਸਨ ਜੋਏ। ਤੇ ਸਿੱਖਾਂ ਦੇ ਜਿਹੜੇ ਝੂਠੇ ਬਰਤਨ ਹਨ, ਜਦੋਂ ਗੁਰੂ ਕੇ ਸਿੱਖ ਸੰਗਤਾਂ ਭੋਜਨ ਛਕਦੀਆਂ ਨੇ, ਉਹ ਜਿਹੜੇ ਝੂਠੇ ਬਰਤਨ ਹਨ, ਕਰੋ ਪਖਾਰਨ ਮਾਂਜਨ ਸੋਏ। ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜਣਾ ਹੈ। ਚੰਗੀ ਤਰ੍ਹਾਂ ਮਾਂਜ ਕਰਕੇ ਫਿਰ ਉਹਨੂੰ ਜਲ ਦੇ ਨਾਲ ਚੰਗੀ ਤਰ੍ਹਾਂ ਧੋਣਾ ਹੈ। ਬਰਤਨ ਮਾਂਜਦਿਆਂ ਵੀ ਕਾਹਲੀ ਨਹੀਂ ਕਰਨੀ, ਇਉਂ ਮਾਂਜਣਾ ਕਿ ਮਨ ਮਾਂਜਿਆ ਜਾਏ। ਜਦੋਂ ਬਾਬਾ ਦੇਵ ਸਿੰਘ ਜੀ ਪਹੁੰਚੇ ਅਨੰਦਪੁਰ ਸਾਹਿਬ ਤੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰ ਰਹੇ, ਛੋਟੀ ਉਮਰਾਂ ਤੇ ਹੁਣ ਬਾਟਾ ਮਾਂਜ ਰਹੇ ਨੇ, ਬੜੇ ਪ੍ਰੇਮ ਨਾਲ, ਬੜੀ ਰੀਝ ਨਾਲ ਉਸ ਬਰਤਨ ਨੂੰ ਮਾਂਜ ਰਹੇ ਨੇ। ਤੇ ਗੁਰੂ ਸਾਹਿਬ ਵੇਖ ਰਹੇ ਨੇ ਤੇ ਕਹਿਣ ਲੱਗੇ ਕਿ ਇੱਕ ਇੱਕ ਬਰਤਨ ਨੂੰ ਬਹੁਤ ਸਮਾਂ ਲਾਉਣਾ ਬੇਟਾ, ਇਹ ਸੇਵਾ ਕਰਨ ਵਿੱਚ, ਇੱਕ ਇੱਕ ਬਰਤਨ ਮਾਂਜਣ ਵਿੱਚ ਬੜਾ ਟਾਈਮ ਲਾਉਣਾ। ਕਹਿਣ ਲੱਗੇ ਜੀ ਆਪ ਵਰਗੇ ਵੱਡਿਆਂ ਦੇ ਕੋਲੋਂ, ਗੁਰੂ ਪੀਰਾਂ ਕੋਲੋਂ, ਬਜ਼ੁਰਗਾਂ ਕੋਲੋਂ ਸੁਣਿਆ ਕਿ ਜਿੰਨਾ ਪ੍ਰੇਮ ਨਾਲ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਝੂਠਾ ਬਰਤਨ ਮਾਂਜੋਗੇ, ਉਹਨੇ ਤੁਹਾਡੇ ਮਨ ਦੇ ਝੂਠ ਉਤਰੇਗੀ, ਮਨ ਦੀ ਮੈਲ ਉਤਰੇਗੀ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਬੜੇ ਪ੍ਰੇਮ ਨਾਲ ਜਿਹੜੇ ਗੁਰੂ ਕੇ ਝੂਠੇ ਲੰਗਰਾਂ ਵਿੱਚ ਝੂਠੇ ਬਰਤਨ ਹਨ, ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜਣਾ, ਮਾਂਜ ਕਰਕੇ ਫਿਰ ਚੰਗੀ ਤਰ੍ਹਾਂ ਜਲ ਦੇ ਨਾਲ ਧੋਣਾ ਹੈ। ਸੁਨ ਕਰ ਸੇਵ ਲਗੇ ਹਰ ਖਾਏ। ਇਸ ਤਰ੍ਹਾਂ ਦੇ ਨਾਲ ਹੁਣ ਭਾਈ ਮੰਝ ਤੇ ਭਾਈ ਪ੍ਰਾਣਾ ਨੇ ਜਦੋਂ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ਿਸ਼ ਕੀਤੀ ਤੇ ਬੜੇ ਪ੍ਰੇਮ ਦੇ ਨਾਲ ਦੋਵੇਂ ਜਣੇ ਸੇਵਾ ਕਰਨ ਵਿੱਚ ਲੱਗੇ ਹਨ। ਚਿਰੰਕਾਲ ਗੁਰ ਸੰਗਤ ਪਾਏ। ਚਿਰੰਕਾਲ ਬਹੁਤ ਲੰਬਾ ਸਮਾਂ ਇਹਨਾਂ ਨੇ ਗੁਰੂ ਕੀ ਸੰਗਤ ਪ੍ਰਾਪਤ ਕੀਤੀ। ਪਇਓ ਪਿਰਾਣਾ ਸਿੱਧ ਵਿਸਾਲਾ। ਤੇ ਭਾਈ ਪ੍ਰਾਣਾ ਜੀ ਜਿਨ੍ਹਾਂ ਦੇ ਵਿੱਚ ਬਹੁਤ ਸੇਵਾ ਕਰਦਿਆਂ ਜਿਹੜੀਆਂ ਸ਼ਕਤੀਆਂ ਇਹਨਾਂ ਨੇ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਕਰ ਲਈਆਂ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ, ਜਦੋਂ ਭਾਈ ਪ੍ਰਾਣਾ ਜੀ ਨੇ ਸ਼ੇਰ ਬਣ ਕੇ ਜਾ ਕੇ ਜਹਾਂਗੀਰ ਨੂੰ ਉਹਦੇ ਸੁਪਨੇ ਦੇ ਵਿੱਚ ਡਰਾਉਣਾ, ਤੇ ਡਰਦਾ ਹੋਇਆ ਫਿਰ ਜਹਾਂਗੀਰ ਕਹਿਣ ਲੱਗਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਛੇਤੀ ਰਿਹਾ ਕੀਤਾ ਜਾਵੇ। ਇਸ ਤਰ੍ਹਾਂ ਦੇ ਨਾਲ ਸੇਵਾ ਕਰਦੇ ਆ। ਇਹ ਜਿਹੜੀਆਂ ਰਿਧੀਆਂ ਸਿੱਧੀਆਂ ਨੇ, ਨਵ ਨਿਧੀ 18 ਸਿੱਧੀ ਪਿੱਛਾ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਗੁਰੂ ਕੀ ਸੇਵਾ ਕਰਦੇ ਇਸ ਪ੍ਰਕਾਰ ਦੇ ਨਾਲ ਇਹ ਸ਼ਕਤੀਆਂ ਪ੍ਰਾਪਤ ਕੀਤੀਆਂ। ਬ੍ਰਹਮ ਗਿਆਨ ਲਈ ਸਦਾ ਸੁਖਾਲਾ। ਇਸ ਪ੍ਰਕਾਰ ਦੇ ਨਾਲ ਬ੍ਰਹਮ ਗਿਆਨ ਦੇ ਪ੍ਰਾਪਤੀ ਕਰਕੇ ਜੀਵਨ ਸਦਾ ਸੁਖਾਲਾ ਕਰ ਲਿਆ। ਅੰਤ ਪ੍ਰਿਅੰਤ ਰਿਓ ਗੁਰ ਤੀਰ। ਅੰਤ ਸਮੇਂ ਤੱਕ ਗੁਰੂ ਪਾਤਸ਼ਾਹ ਜੀ ਦੇ ਕੋਲ ਭਾਈ ਪ੍ਰਾਣਾ ਜੀ ਰਹੇ। ਸੇਵੇ ਸ਼੍ਰੀ ਹਰ ਗੋਬਿੰਦ ਤੀਰ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਤੱਕ ਧੀਰਜ ਸਾਹਿਬ ਸੇਵਾ ਕਰਦੇ ਰਹੇ। ਕਥਾ ਮੰਜ ਕੀ ਅਪਰ ਸਥਾਨ। ਭਾਈ ਮੰਝ ਦੀ ਜਿਹੜੀ ਜੋ ਕਥਾ ਹੈ ਉਹ ਅੱਗੇ ਵਰਣਨ ਕੀਤੀ ਹੈ। ਵਰਣਨ ਕਰੀ ਸੁਨੋ ਸਿੱਖ ਕਾ। ਉਹ ਕਥਾ ਕਵੀ ਸੰਤੋਖ ਸਿੰਘ ਜੀ ਲਿਖਦੇ, ਵਰਣਨ ਕੀਤੀ ਹੈ ਗੁਰੂ ਕੇ ਸਿੱਖ ਧਿਆਨ ਦੇ ਕੇ ਇਕਾਗਰ ਚਿਤ ਹੋ ਕੇ ਭਾਈ ਮੰਝ ਜੀ ਦੀ ਕਥਾ ਅੱਗੇ ਸਰਵਣ ਕਰਨਗੇ। ਹਮਜਾ ਜੱਜਾ ਮਿਲ ਜੁਗ ਪ੍ਰਾਤ। ਉਹਨੇ ਇੱਕ ਹਮਜਾ ਤੇ ਇੱਕ ਜੱਜਾ, ਇਹ ਦੋਵੇਂ ਭਰਾਤਾ ਮਿਲ ਕਰਕੇ
ਬਾਲਾ ਮਰਵਾਹਾ ਵਖਿਆਤ ਭਾਈ ਬਾਲਾ ਭਾਈ ਮਰਵਾਹਾ ਇਹ ਜਿਹੜੇ ਸਾਰੇ ਮਿਲ ਕੇ ਗੁਰੂ ਸਾਹਿਬ ਜੀ ਦੇ ਕੋਲ ਆਏ। ਅਪਰ ਉਹਰੀ ਨਾਨੋ ਆਇਓ ਇਹਨਾਂ ਦੇ ਨਾਲ ਉਹਰੀ ਤੇ ਨਾਨੋ ਇਹ ਵੀ ਨਾਲ ਆਏ। ਸੂਰੀ ਹੁਤੋ ਚੌਧਰੀ ਗਾਇਓ ਸੂਰੇ ਕਬੀਲੇ ਦਾ ਇੱਕ ਚੌਧਰੀ ਸੀ, ਉਹ ਵੀ ਚੱਲ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਆਇਆ। ਸ਼੍ਰੀ ਅਰਜਨ ਕੇ ਪਹੁੰਚੇ ਪਾਸ ਇਹ ਸਾਰੇ ਜਣੇ ਮਿਲ ਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ। ਬੰਦਨ ਕਰ ਪਾਖੀ ਅਰਦਾਸ ਇਹਨਾਂ ਨੇ ਬੰਦਨਾ ਕੀਤੀ, ਨਮਸਕਾਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਲੱਗੇ। ਗੁਰੂ ਗਰੀਬ ਨਿਵਾਜਮਾਨਾ ਇਹ ਗਰੀਬਾਂ ਨੂੰ ਨਵਾਜਣ ਵਾਲੇ ਆਪ ਸਤਿਗੁਰੂ ਜੀ ਮਹਾਨ ਹੋ, ਮਹਾਨ ਗੁਰੂ ਹੋ। ਬੀਚ ਪੁਰਾਨ ਸੁਨਿਓ ਅਮਕਾਨਾ ਪੁਰਾਣਾਂ ਦੇ ਵਿੱਚ ਅਸੀਂ ਆਪ ਆਪਣੇ ਕੰਨਾਂ ਦੇ ਨਾਲ ਇਹ ਸੁਣਿਆ ਹੈ। ਕਾਂਸ਼ੀ ਕੇਰ ਮਹਾਤਮ ਪਾਰੇ ਇਹ ਸੁਣਿਆ ਪੁਰਾਣਾਂ ਦੇ ਵਿੱਚੋਂ ਕਿ ਕਾਸ਼ੀ ਦਾ ਜਿਹੜਾ ਮਹਾਤਮ ਬਹੁਤ ਭਾਰੀ ਮਹਾਤਮ ਹੈ। ਕਾਸ਼ੀ ਇਹ ਉੱਤਰ ਪ੍ਰਦੇਸ਼ ਦਾ ਇੱਕ ਪ੍ਰਾਚੀਨ ਨਗਰ ਹੈ, ਪੁਰਾਣਾ ਨਗਰ ਹੈ ਤੇ ਹਿੰਦੂ ਮਤ ਦੇ ਵਿੱਚ ਇਹ 7 ਪੁੜੀਆਂ ਦੇ ਵਿੱਚੋਂ ਇੱਕ ਮੰਨਿਆ ਗਿਆ ਤੇ ਇੱਥੇ ਪ੍ਰਾਚੀਨ ਵਿਦਿਆ ਦਾ ਮੰਦਿਰ ਸੀ, ਉਹਦੇ ਕਰਕੇ ਬੜਾ ਪ੍ਰਸਿੱਧ ਸੀ। ਇੱਥੇ ਜਿਹੜੀ ਹੈ ਹਿੰਦੂ ਯੂਨੀਵਰਸਿਟੀ ਵੀ ਬਣੀ ਹੋਈ ਹੈ, ਜਿੱਥੇ ਇਹ ਕਾਸ਼ੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੀ ਆਪਣੇ ਮੁਬਾਰਕ ਚਰਨ ਪਾਏ। ਗੋਪਾਲ ਪਾਂਡੇ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇੱਥੇ ਉਪਦੇਸ਼ ਦਿੱਤਾ। ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰੂ ਕਾ ਬਾਗ ਅਸਥਾਨ ਸੁਸ਼ੋਭਿਤ ਹੈ। ਇੱਥੇ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਚੱਲ ਕੇ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਯਾਦ ਵਿੱਚ 2 ਸਥਾਨ ਸੁਸ਼ੋਭਿਤ ਨੇ, ਬੜੀ ਸੰਗਤ ਤੇ ਛੋਟੀ ਸੰਗਤ। ਤੇ 2 ਗੁਰਦੁਆਰੇ ਸਾਹਿਬ ਧੰਨ ਗੁਰੂ ਅਰਜਨ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨਾਲ ਸੰਬੰਧਿਤ ਨੇ। ਇੱਕ ਜਿਹੜਾ ਹੈ ਗੰਗਾ ਦੇ ਪਾਰ ਇੱਕ ਸਥਾਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਗੁਰੂ ਕਾ ਬਾਗ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਚਰਨ ਪਾਏ। ਇਹ ਪਾਵਨ ਅਸਥਾਨ ਕਾਸ਼ੀ ਦੇ ਵਿੱਚ ਜਿਹੜੇ ਹਨ ਸੁਸ਼ੋਭਿਤ ਹਨ। ਕਹਿਣ ਲੱਗੇ ਕਿ ਅਸੀਂ ਸੁਣਿਆ ਪੁਰਾਣਾਂ ਦੇ ਵਿੱਚੋਂ ਕਿ ਕਾਸ਼ੀ ਦਾ ਵਿੱਚ ਕਾਸ਼ੀ ਨਗਰ ਦਾ ਜਿਹੜਾ ਬਹੁਤ ਵੱਡਾ ਮਹਾਤਮ ਹੈ। ਮਰੇ ਤਾਂ ਮੁਕਤੀਲੇ ਸਾਰੇ ਤੇ ਕਹਿੰਦੇ ਜਿਹੜੇ ਕਾਸ਼ੀ ਦੇ ਵਿੱਚ ਸਰੀਰ ਛੱਡਦੇ ਨੇ, ਜਿਨ੍ਹਾਂ ਦੀ ਕਾਸ਼ੀ ਦੇ ਵਿੱਚ ਮੌਤ ਹੁੰਦੀ ਹੈ, ਕਹਿੰਦੇ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ, ਸਾਰੇ ਮੁਕਤ ਹੋ ਜਾਂਦੇ ਨੇ। ਇਸ ਤਰ੍ਹਾਂ ਦੇ ਨਾਲ ਅਸੀਂ ਸੁਣਿਆ। ਇਸ ਪ੍ਰਕਾਰ ਦੇ ਨਾਲ ਪੁਰਾਣਾਂ ਦੇ ਵਿੱਚੋਂ ਇਹ ਗੱਲ ਅਸੀਂ ਸੁਣੀ ਹੈ। ਸ਼ਿਵ ਕੇ ਨਿਕਟ ਵਾਸ ਕੋ ਪਾਵੇ ਕਿਉਂਕਿ ਸ਼ਿਵ ਜੀ ਦੀ ਇਹ ਨਗਰੀ ਹੈ, ਕਹਿੰਦੇ ਉਹ ਸ਼ਿਵ ਜੀ ਦੇ ਕੋਲ ਉਹ ਆਪਣਾ ਨਿਵਾਸ ਕਰਦਾ ਹੈ। ਸ਼ਿਵ ਜੀ ਦੇ ਪਾਸ ਉਹਦਾ ਨਿਵਾਸ ਹੁੰਦਾ, ਜਿਹੜਾ ਕਾਸ਼ੀ ਦੇ ਵਿੱਚ ਆਪਣਾ ਜਿਹੜਾ ਸਰੀਰ ਤਿਆਗਦਾ ਹੈ। ਜਨਮ ਮਰਨ ਕੋ ਕਸ਼ਟ ਮਿਟਾਵੇ ਉਹ ਆਪਣੇ ਜਨਮ ਮਰਨ ਦਾ ਵੱਡਾ ਕਸ਼ਟ ਮਿਟਾ ਲੈਂਦਾ, ਜਿਹੜਾ ਕਾਸ਼ੀ ਦੇ ਵਿੱਚ ਸਰੀਰ ਤਿਆਗਦਾ ਹੈ। ਆਪ ਸੁਦਾ ਸਰ ਮਹਿਮਾ ਪਾਖੀ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਅਸੀਂ ਪੁਰਾਣਾਂ ਵਿੱਚ ਤਾਂ ਕਾਸ਼ੀ ਦੇ ਬਾਬਤ ਸੁਣਿਆ, ਪਰ ਤੁਸੀਂ ਸੁਦਾਸਰ ਸਰੋਵਰ ਦੀ ਮਹਾਨ ਮਹਿਮਾ ਜਿਹੜੀ ਉਹ ਬਿਆਨ ਕੀਤੀ ਹੈ। ਸ਼੍ਰੀ ਗ੍ਰੰਥ ਸਾਹਿਬ ਮੈਂ ਰਾਖੀ ਤੇ ਸਤਿਗੁਰੂ ਜੀ ਇਹ ਜਿਹੜਾ ਸੁਦਾਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈ, ਇਹਦੀ ਮਹਾਨ ਮਹਿਮਾ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਬਿਆਨ ਕੀਤੀ ਹੈ। ਪਾਤਸ਼ਾਹ ਜੀ ਦੇ ਪਾਵਨ ਸ਼ਬਦ ਨੇ, ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁਲ ਤਰਾਵੈ ਉਧਾਰ ਹੁਆ ਹੈ ਜੀ ਕਾ। रामदास सरोवर डाते सब उतरे पाप कमाते डिठे सबे थाव नहीं तुद जेहया बधो पुरख विधाते तातु सोहया वसदी सगन अपार अनूप रामदास पुर हर है नानक कसम लजाहे नहाया रामदास सर। पातशाही दी तां आप तुसी जिहड़ी महिमा है ਇਹ ਪਾਵਨ ਸਰੋਵਰ ਸੁਦਾਸਰ ਤਿਆਰ ਕਰਵਾ ਕੇ ਦੀ ਜਿਹੜੀ ਮਹਿਮਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਦਰਜ ਕੀਤੀ ਹੈ। ਬਹੁ ਮਹਾਤਮ ਹੈ ਇਸ ਜੈਸੇ ਤੇ ਪਾਤਸ਼ਾਹ ਜੀ ਦਾ ਜਿਹੜਾ ਮਹਾਨ ਮਹਾਤਮ ਹੈ ਉਹਦੇ ਬਾਰੇ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ। ਨਿਰਣੇ ਕਰੋ ਲਏ ਸਿੱਖ ਤੈਸੇ ਤੇ ਪਾਤਸ਼ਾਹ ਜੀ ਆਪ ਜੀ ਨਿਰਣਾ ਕਰਕੇ ਦੱਸ ਦਿਓ ਤਾਂ ਕਿ ਸਾਰੇ ਸਿੱਖ ਜਾਣ ਲੈਣ। ਤੁਸੀਂ ਸਾਰਿਆਂ ਦੇ ਵਿੱਚੋਂ ਸਰਵੋਤਮ ਕਿਹਾ ਕਿ ਸੁਦਾਸਰ ਸਰੋਵਰ ਜਿਹੜਾ ਅੰਮ੍ਰਿਤ ਸਰੋਵਰ ਹੈ ਸਾਰਿਆਂ ਦੇ ਵਿੱਚੋਂ ਸਰਵੋਤਮ ਹੈ, ਜਿਹਦੀ ਮਹਾਨ ਮਹਿਮਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਆਪ ਜੀ ਨੇ ਬਿਆਨ ਕੀਤੀ ਹੈ। ਪਾਤਸ਼ਾਹ
ਇਹਦੇ ਬਾਬਤ ਆਓ ਜੀ ਕਿਰਪਾ ਕਰਕੇ ਦੱਸਣਾ ਕਰੋ, ਵਿਖਿਆਨ ਦੀ ਮਹਿਮਾ ਉਹਦੇ ਬਾਰੇ ਦੱਸੋ ਤਾਂ ਕਿ ਸਾਰੇ ਸਿੱਖ ਉਹ ਸੁਣ ਲੈਣ। ਸ਼੍ਰੀ ਅਰਜਨ ਜੀ ਸੁਨਤ ਵਖਾਨਾ, ਤੇ ਸੁਣ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਤੀਰਥ ਰਚਨ ਸੁਦਾਸਰ ਠਾਨਾ। ਕਹਿਣ ਲੱਗੇ ਮਹਾਨ ਤੀਰਥ ਰਚਨ ਵਾਸਤੇ ਸੁਦਾਸਰ ਸਰੋਵਰ ਤਿਆਰ ਕੀਤਾ ਹੈ। ਐ ਗੁਰਸਿੱਖੋ, ਇਹ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਮਹਾਨ ਤੀਰਥ ਦੀ ਰਚਨਾ ਕਰਨ ਵਾਸਤੇ ਸੁਦਾਸਰ ਸਰੋਵਰ ਤਿਆਰ ਕਰਵਾਇਆ ਹੈ। ਇਸਕੇ ਗਿਰਦੇ ਦਵਾਦਸ਼ ਕੋਸ, ਪਾਤਸ਼ਾਹ ਕਹਿਣ ਲੱਗੇ ਸੁਦਾਸਰ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦੁਆਲੇ ਜਿਹੜੇ 12 ਕੋਹ ਤੱਕ ਜਿਹੜਾ ਜੋ ਇਲਾਕਾ ਹੈ, ਤੀਰਥ ਤੀਨ ਲੋਕ ਕੇ ਜੋ ਸੋ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤਿੰਨਾਂ ਲੋਕਾਂ ਦੇ ਜਿੰਨੇ ਵੀ ਤੀਰਥ ਸਥਾਨ ਹਨ, ਇਥੋਂ 12 ਕੋਹ ਦੀ ਦੂਰੀ ਤੱਕ ਪਾਤਸ਼ਾਹ ਕਹਿਣ ਲੱਗੇ ਜਿਹੜੇ ਉਹ ਤਿੰਨਾਂ ਲੋਕਾਂ ਦੇ ਸਥਾਨ ਹਨ। ਕਲ ਯੁਗ ਤੇ ਧਰ ਕਰ ਉਰ ਤਰਾਸ, ਕਹਿਣ ਲੱਗੇ ਉਹ ਸਾਰੇ ਕਲਯੁਗ ਦਾ ਡਰ ਮੰਨ ਕਰਕੇ ਜਿੰਨੇ ਵੀ ਦੁਨੀਆ ਦੇ ਅੰਦਰ, ਪਾਤਸ਼ਾਹ ਕਹਿੰਦੇ 12 ਦੀ ਕੋਹ ਦੀ ਦੂਰੀ ਤੱਕ ਤੀਰਥ ਸਥਾਨ ਨੇ ਦੁਨੀਆ ਦੇ ਜਿੰਨੇ ਵੀ, ਉਹ ਕਲਯੁਗ ਦਾ ਡਰ ਧਾਰਨ ਕਰਕੇ ਸਗਰੇ ਆਵੇਂ ਕਰੇ ਨਿਵਾਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਉਹ ਸਾਰੇ ਤੀਰਥ ਕਲਯੁਗ ਤੋਂ ਡਰਦੇ ਹੋਏ ਇੱਥੇ ਆ ਕੇ ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਆਪਣਾ ਨਿਵਾਸ ਕਰਦੇ ਨੇ, ਕਿਉਂਕਿ ਇੱਥੇ ਕਲਯੁਗ ਦਾ ਜ਼ੋਰ ਨਹੀਂ ਚੱਲਦਾ। ਸਤਿ ਸ੍ਰੀ ਅਕਾਲ। ਉਹ ਸਾਰੇ ਜਿੰਨੇ ਵੀ ਤਿੰਨ ਲੋਕਾਂ ਦੇ ਤੀਰਥ ਸਥਾਨ ਨੇ, ਉਹ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਸੁਦਾ ਸਰੋਵਰ ਦੇ ਪਾਸ ਆਪਣਾ ਨਿਵਾਸ ਰੱਖਦੇ ਹਨ। ਸਭ ਕੋ ਫਲ ਇਸ ਥਲ ਤੇ ਹੋਏ, ਸਾਰੇ ਤੀਰਥ ਸਥਾਨਾਂ ਦਾ ਫਲ ਜੇ ਕਿਸੇ ਨੇ ਪ੍ਰਾਪਤ ਕਰਨਾ ਹੋਵੇ ਤਾਂ ਉਹ ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰੇ। ਇਸ ਵਿੱਚ ਇਸ਼ਨਾਨ ਕਰਨ ਦੇ ਨਾਲ ਉਹਨੂੰ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋ ਜਾਏਗਾ। ਬਾਸ ਕਰੇ ਏਠਾ ਨਰ ਜੋਏ, ਇਸ ਪ੍ਰਕਾਰ ਦੇ ਨਾਲ ਬਾਸ ਕਰੇ ਏਠਾ ਨਰ ਜੋਏ। ਕਿਉਂਕਿ ਇੱਥੇ ਆ ਕੇ ਜਿਹੜੇ ਜਿੰਨੇ ਵੀ ਤੀਰਥ ਆਪਣਾ ਨਿਵਾਸ ਕਰਦੇ ਨੇ, ਤੇ ਇੱਥੇ ਜਿਹੜਾ ਵੀ ਜੀਵ ਇਸ ਥਾਂ ਤੇ ਆ ਕੇ ਇਸ਼ਨਾਨ ਕਰੇਗਾ, ਕੋਈ ਇੱਥੇ ਆਪਣਾ ਨਿਵਾਸ ਕਰੇਗਾ। बीच बनियो सुंदर हर मंदिर। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਕਿ ਜਿਹੜਾ ਸੁਦਾਸਰ ਸਰੋਵਰ ਇਹ ਤਿਆਰ ਕੀਤਾ, ਇਹ ਸੁਦਾਸਰ ਸਰੋਵਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਜਿਹੜਾ ਉਹ ਤਿਆਰ ਕਰਵਾਇਆ ਗਿਆ। निस दिन सत नाम जिसे अंदर, ਤੇ ਜਿਹਦੇ ਅੰਦਰ ਹਰ ਵੇਲੇ ਸਤਨਾਮ ਵਾਹਿਗੁਰੂ ਪਰਮੇਸ਼ਰ ਦੀ ਧੁਨ ਗੂੰਜਦੀ ਹੈ, ਜਿਹਦੇ ਅੰਦਰ ਹਰ ਵੇਲੇ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ, ਸਿਮਰਨ ਕੀਤਾ ਜਾਂਦਾ, ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ ਜਾਂਦਾ ਹੈ। श्री गुर की बाणी शुभ रे, ਤੇ ਜਿਹੜੇ ਗੁਰੂ ਸਾਹਿਬਾਨ ਦੀ ਬਾਣੀ ਹੈ, ਉਹ ਸੁੰਦਰ ਬਾਣੀ ਦਾ ਕੀਰਤਨ 24 ਘੰਟੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੀਤਾ ਜਾਂਦਾ ਹੈ। ਗੁਰੂ ਕੀ ਬਾਣੀ ਹਰ ਵੇਲੇ ਗਾਈ ਜਾਂਦੀ ਹੈ, जिसमें नाम महात्म तरे। ਤੇ ਜਿਹਦੇ ਵਿੱਚ ਜਿਹੜਾ ਮਹਾਨ ਮਹਾਤਮ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਹੈ। ਇੱਥੇ ਹਰ ਵੇਲੇ ਸਤਨਾਮ ਦਾ ਜਾਪ ਹੁੰਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਗਾਈ ਜਾਂਦੀ ਹੈ। ਇਹਦਾ ਵੱਡਾ ਇੱਥੋਂ ਦਾ ਮਹਾਤਮ ਹੈ। नाम अर नामी भेद न कोई, ਨਾਮ ਤੇ ਨਾਮੀ ਦੇ ਵਿੱਚ, ਨਾਮ ਉਹ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦੇ ਵਿੱਚ ਤੇ ਨਾਮੀ ਦੇ ਵਿੱਚ ਕੋਈ ਰੰਚਕ ਮਾਤਰ ਵੀ ਭੇਦ ਨਹੀਂ ਹੈ। या ते बास परमेश्वर होई। ਤੇ ਉਹ ਇਸ ਤਰ੍ਹਾਂ ਦੇ ਨਾਲ ਨਾਮੀ ਜਿਹੜਾ ਹੈ, ਨਾਮ ਜਪਣ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਨਾਮ ਜਪ ਕੇ ਉਹਦੇ ਵਿੱਚ ਇੱਕਮਿਕ ਹੋ ਜਾਂਦਾ, ਉਹ ਪਰਮੇਸ਼ਰ ਦੇ ਕੋਲ ਨਿਵਾਸ ਰੱਖਦਾ ਹੈ। जिम गंगा में मुख हरिद्वार, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਜਿਵੇਂ ਗੰਗਾ ਦੇ ਕਿਨਾਰੇ ਤੇ ਹਰਿਦੁਆਰ ਨਗਰ ਵਸਿਆ, ਇਹ ਉੱਤਰਾਂਚਲ ਦਾ ਇੱਕ ਪ੍ਰਸਿੱਧ ਨਗਰ ਹੈ ਹਰਿਦੁਆਰ। ਇੱਥੇ ਹਰ ਕੀ ਪੌੜੀ ਹੈ ਜਿੱਥੇ ਹਿੰਦੂ ਵਰ ਸਨਾਤਨ ਮਤ ਵਾਲੇ ਜਾਂਦੇ ਨੇ, ਤੇ ਇਹ ਜਿਹੜਾ ਹੈ ਹਰਿਦੁਆਰ ਦਾ, ਇਹ ਹਰ ਕੀ ਪੌੜੀ ਤੋਂ ਲੈ ਕੇ ਕਣਖਲ ਤੱਕ ਇਹਦਾ ਜਿਹੜਾ ਅੱਗੇ ਤੱਕ ਇਲਾਕਾ ਹੈ। ਸੋ ਹਰਿਦੁਆਰ ਜਿਵੇਂ ਤੀਰਥ ਸਥਾਨ ਦੁਨੀਆ ਦੇ ਅੰਦਰ ਮੰਨਿਆ ਗਿਆ, ਸਨਾਤਨ ਮਤ ਵਾਲੇ ਮੰਨਦੇ ਨੇ, ਉੱਥੇ ਹਰ ਕੀ ਪੌੜੀ ਦਾ ਜਿਹੜਾ ਸਥਾਨ ਹੈ। तिमहरपुर इहाँ निरतार। ਉਸੇ ਤਰ੍ਹਾਂ ਅਸੀਂ ਸੁਦਾਸਰ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਤਿਆਰ ਕਰਵਾ ਕਰਕੇ ਇੱਥੇ ਹਰ ਕੀ ਪੌੜੀ ਬਣਵਾਈ ਹੈ। ਇੱਥੇ ਹਰ ਕੀ ਪੌੜੀ ਦਾ ਵੱਡਾ ਜਿਹੜਾ ਮਹਾਨ ਮਹਾਤਮ ਕਰਕੇ ਜਾਣਨਾ ਕਰੋ। निर्गुण रूप नाम ब्रह्म ज्ञान, ਹੁਣ ਜਿਹੜਾ ਨਿਰਗੁਣ ਰੂਪ ਹੈ ਪਰਮੇਸ਼ਰ ਦਾ, ਉਹ ਕੀ ਹੈ?
ਬ੍ਰਹਮ ਗਿਆਨ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ, ਜਿਹੜਾ ਬ੍ਰਹਮ ਗਿਆਨ ਆ, ਉਹ ਨਿਰਗੁਣ ਜਿਹੜਾ ਸਵਰੂਪ ਹੈ। ਸਰਗੁਣ ਸਰੂਪ ਆਪ ਭਗਵਾਨ ਤੇ ਸਰਗੁਣ ਸਵਰੂਪ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਆਪ ਪ੍ਰਮਾਤਮਾ ਨਿਵਾਸ ਕਰਦਾ ਹੈ। ਇਹ ਸਰਗੁਣ ਸਵਰੂਪ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਰੂਪ ਵਿੱਚ ਇਹ ਪ੍ਰਮਾਤਮਾ ਦਾ ਸਰਗੁਣ ਸਵਰੂਪ ਹੈ। ਨਿਰਗੁਣ ਸਵਰੂਪ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਬ੍ਰਹਮ ਗਿਆਨ ਦੀ ਪ੍ਰਾਪਤੀ ਤੇ ਸਰਗੁਣ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਪ੍ਰਮਾਤਮਾ ਆਪ ਆਪਣਾ ਨਿਵਾਸ ਕਰਦਾ ਹੈ। ਦੋਨੋਂ ਬਾਸ ਕਰੇ ਜਬ ਇਸਮੇ ਜਦੋਂ ਦੋਵੇਂ ਸਰੂਪ ਨਿਰਗੁਣ ਤੇ ਸਰਗੁਣ ਸਰੂਪ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਆਪਣਾ ਨਿਵਾਸ ਕਰਦੇ ਹਨ। ਮਸਜਿਦ ਦਰਸਤ ਅਗਰੇ ਕਿਸਮੇ ਤੇ ਕਹਿ ਲਗੇ ਪਾਤਸ਼ਾਹ ਕਹਿੰਦੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ ਪਾਤਸ਼ਾਹ ਕਹਿੰਦੇ ਦੱਸੋ ਕਿਵੇਂ ਕਿਸੇ ਵਿੱਚ ਕੋਈ ਪਾਪ ਰਹਿ ਸਕਦਾ? ਕਿੰਨਾ ਵੱਡਾ ਮਹਾਤਮ ਹੈ ਹਰਿਮੰਦਰ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਸਥਾਨ ਹੈ ਜਿਹੜਾ ਤਿਆਰ ਕੀਤਾ ਸਮੁੱਚੀ ਲੋਕਾਈ ਲਈ। ਪਾਤਸ਼ਾਹ ਕਹਿੰਦੇ ਜਿੱਥੇ ਨਿਰਗੁਣ ਤੇ ਸਰਗੁਣ ਸਰੂਪ ਵਿੱਚ ਪ੍ਰਮਾਤਮਾ ਦੋਵੇਂ ਰੂਪਾਂ ਵਿੱਚ ਨਿਵਾਸ ਕਰਦਾ ਹੋਵੇ ਤੇ ਉਸ ਸੁਧਾ ਸਰ ਅੰਮ੍ਰਿਤ ਸਰੋਵਰ ਵਿੱਚ ਜੇ ਕੋਈ ਸ਼ਰਧਾ ਨਾਲ ਇਸ਼ਨਾਨ ਕਰੇ ਤੇ ਭਾਵਨਾ ਨਾਲ ਆ ਕੇ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰੇ ਤੇ ਕਹਿੰਦੇ ਉਸ ਮਨੁੱਖ ਦਾ ਕੋਈ ਪਾਪ ਬਾਕੀ ਨਹੀਂ ਰਹਿ ਜਾਂਦਾ। ਉਹਦੇ ਪਾਪ ਜਿਹੜੇ ਖਤਮ ਹੋ ਜਾਂਦੇ ਨੇ, ਉਹਦੇ ਪਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ, ਉਹਦੇ ਪਾਪ ਜਿਹੜਿਆਂ ਨੂੰ ਖਤਮ ਹੋ ਜਾਂਦੇ ਹਨ। ਦਿਨ ਪ੍ਰਤ ਬਸੇ ਬਦੇ ਅਧਿਕਾਏ ਪਾਤਸ਼ਾਹ ਕਹਿਣ ਲੱਗੇ ਐਸਾ ਪਾਵਨ ਤੀਰਥ ਅਸਥਾਨ ਹੈ ਜਿਹੜਾ ਦਿਨ ਰਾਤ ਬਹੁਤ ਵਧੇਗਾ। ਲక్ష్ਮੀ ਸ਼ਰਨ ਬਸੇ ਸਿਆਏ ਜਿਹੜੀ ਲక్ష్ਮੀ ਹੈ ਉਹ ਇਸ ਸਥਾਨ ਦੇ ਸ਼ਰਨ ਦੇ ਵਿੱਚ ਆ ਕੇ ਆਪਣਾ ਨਿਵਾਸ ਕਰੇਗੀ। ਅੱਜ ਨਿਵਾਸ ਕਰਦੀ ਹੈ ਲక్ష్ਮੀ, ਚਾਰੇ ਪਾਸਿਆਂ ਤੋਂ ਵਰਖਾ ਹੁੰਦੀ ਉੱਥੇ ਲక్ష్ਮੀ ਦੀ। ਪਾਤਸ਼ਾਹ ਕਹਿੰਦੇ ਲక్ష్ਮੀ ਜਿਹੜੀ ਇੱਥੇ ਆਪਣਾ ਨਿਵਾਸ ਕਰੇਗੀ। ਜੈ ਸ਼੍ਰੀ ਕਰਤਾ ਪੁਰਖ ਅਕਾਲ ਜਿੱਥੇ ਸ਼੍ਰੀ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਦ ਸ਼ਿਵ ਬਸੇ ਪ੍ਰਭੂ ਕੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਜਿੱਥੇ ਇੱਥੇ ਆਪਣਾ ਨਿਵਾਸ ਕਰਦਾ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਸ਼ਿਵ ਜੀ ਸਾਰੇ ਇੱਥੇ ਆਪਣਾ ਨਿਵਾਸ ਕਰਦੇ ਹਨ। ਪੁਨ ਸੁਰ ਐਸੋ ਕੋਏ ਨਾ ਆਹੇ ਬਾਦਸ਼ਾਹ ਕਹਿਣ ਲੱਗੇ ਕੋਈ ਵੀ ਐਸਾ ਦੇਵਤਾ ਨਹੀਂ ਜਿਹੜਾ ਇਸ ਸਥਾਨ ਤੇ ਆਨ ਇਆਨੇ ਬਾਸੇ ਲਏ ਜਿਹੜਾ ਆ ਕੇ ਇਸ ਸਥਾਨ ਤੇ ਆਪਣਾ ਨਿਵਾਸ ਨਹੀਂ ਕਰਦਾ। ਬ੍ਰਹਮਾ ਵਿਸ਼ਨੂੰ ਮਹੇਸ਼ ਪਾਤਸ਼ਾਹ ਕਹਿਣ ਲੱਗੇ ਤੇ ਜਿੰਨੇ ਹੋਰ ਬਾਕੀ ਦੇ ਦੇਵਤੇ ਨੇ ਕਹਿੰਦੇ ਅਕਾਲ ਪੁਰਖ ਪ੍ਰਮਾਤਮਾ ਦੇ ਕੋਲ ਵਸ ਕੇ ਸਦਾ ਸੁਖ ਪਾਉਂਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰੀ ਕਾ ਉਸ ਹਰੀ ਪਰਮੇਸ਼ਰ ਦਾ ਇਹ ਮੰਦਿਰ ਹੈ, ਸਥਾਨ ਹੈ, ਇੱਥੇ ਸਾਰੇ ਦੇਵਤੇ ਆਪਣਾ ਨਿਵਾਸ ਕਰਦੇ ਹਨ। ਹਰ ਕੇ ਨਿਕਟ ਅਧਿਕ ਫਲ ਸਾਰੇ ਕਿਉਂਕਿ ਹਰੇ ਵਾਹਿਗੁਰੂ ਪਰਮੇਸ਼ਰ ਦੇ ਕੋਲ ਸਾਰੇ ਫਲ ਨੇ। ਜੇ ਕਿਸੇ ਨੇ ਸਾਰੇ ਫਲ ਲੈਣੇ ਹੋਣ, ਸਾਰੇ ਸੁਖ ਪ੍ਰਾਪਤ ਕਰਨੇ ਹੋਣ ਤੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਕੋਲ ਨਿਵਾਸ ਕਰੇ ਕਿਉਂਕਿ ਉਹਦੇ ਕੋਲ ਸਾਰੇ ਫਲ ਨੇ, ਸਾਰੇ ਸੁਖ ਨੇ। ਹਰੀ ਵਾਹਿਗੁਰੂ ਪਰਮੇਸ਼ਰ ਦੇ ਕੋਲ ਸਾਰੇ ਫਲ ਪ੍ਰਾਪਤ ਹੁੰਦੇ ਹਨ। ਅਪਰਨ ਕੋ ਸਮਤਾ ਇਸ ਧਾਰੇ ਇਸ ਕਰਕੇ ਇਸ ਪਾਵਨ ਅਸਥਾਨ ਦੇ ਬਰਾਬਰ ਕੋਈ ਹੋਰ ਦੁਨੀਆ ਦੇ ਵਿੱਚ ਐਸਾ ਸਥਾਨ ਨਹੀਂ ਕਰ ਸਕਦਾ। ਇਹਦੇ ਬਰਾਬਰ ਦੁਨੀਆ ਦੇ ਵਿੱਚ ਹੋਰ ਕੋਈ ਥਾਂ ਨਹੀਂ, ਇਹਦੀ ਬਰਾਬਰੀ ਨਹੀਂ ਕਰ ਸਕਦਾ। ਹਰ ਮੰਦਰ ਮੈਂ ਨਿਤ ਸਤਨਾਮ ਹਰੀ ਕਾ ਮੰਦਰ ਹੈ, ਹਰਮੰਦਰ ਸਾਹਿਬ ਦੇ ਅੰਦਰ ਹਰ ਵੇਲੇ ਨਿਤ ਸਤਨਾਮ ਉਸ ਵਾਹਿਗੁਰੂ ਪਰਮੇਸ਼ਰ ਦੇ ਸਤਨਾਮ ਦਾ ਜਾਪ ਹੁੰਦਾ ਹੈ। ਸਿਮਰੇ ਸੁਨੇ ਸੋ ਮਨ ਬਿਸਰਾ ਤੇ ਜਿਹੜੇ ਹਰਮੰਦਰ ਸਾਹਿਬ ਦੇ ਅੰਦਰ ਬੈਠ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਨੇ, ਆਪਣੇ ਕੰਨਾਂ ਨਾਲ ਸੁਣਦੇ ਨੇ, ਉਹਨਾਂ ਦਾ ਮਨ ਵਿਸ਼ਰਾਮ ਪ੍ਰਾਪਤ ਕਰ ਲੈਂਦਾ ਹੈ, ਸਥਿਰਤਾ ਵਿੱਚ ਆ ਜਾਂਦਾ ਹੈ, ਟਿਕਾਓ ਵਿੱਚ ਆ ਜਾਂਦਾ ਹੈ। ਕਰਤ ਪ੍ਰੇਮ ਕੋ ਛੇਮ ਲਹੇਗੇ ਤੇ ਜਿਹੜੇ ਪ੍ਰੇਮ ਕਰਦੇ ਨੇ, ਜਿਹੜੇ ਹਰਮੰਦਰ ਸਾਹਿਬ ਦੇ ਅੰਦਰ ਜੁੜ ਕਰਕੇ ਗੁਰੂ ਕੇ ਸ਼ਬਦ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕਰਦੇ ਨੇ, ਪਾਤਸ਼ਾਹ ਛੇਮ ਕਹਿੰਦੇ ਮੁਕਤੀ ਨੂੰ, ਕਹਿੰਦੇ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ। ਤਾਈ ਤੇ ਪਾਤਸ਼ਾਹ ਜੀ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੱਡਾ ਪਰਉਪਕਾਰ ਕੀਤਾ ਕਿ ਆ ਸਿੱਖਾਂ ਕੋਈ ਵੀ ਹਰਮੰਦਰ ਸਾਹਿਬ ਆਉਣ ਵਾਲਾ ਵਿਅਕਤੀ ਪਹਿਲਾਂ ਆ ਕੇ ਸੁਦਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰੇ। ਇਸ਼ਨਾਨ ਕਰਨ ਨਾਲ ਤਨ ਦੀ ਅਰੋਗਤਾ ਪ੍ਰਾਪਤ ਹੋਵੇਗੀ ਤੇ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਗੁਰੂ ਕੀ ਬਾਣੀ ਸੁਨੇਗਾ ਉਹਨੂੰ ਮਨ ਦੀ ਅਰੋਗਤਾ ਪ੍ਰਾਪਤ ਹੋਵੇਗੀ।
ਪਾਤਸ਼ਾਹ ਕਹਿਣ ਲੱਗੇ ਇੱਥੇ ਆਉਣ ਦੇ ਨਾਲ ਜਿਹੜਾ ਪ੍ਰੇਮ ਕਰਦਾ ਹੈ, ਪ੍ਰੇਮ ਸਾਹਿਤ ਸੁਣਦਾ ਹੈ ਹਰੀ ਵਾਹਿਗੁਰੂ ਪਰਮੇਸ਼ਰ ਦੀ ਉਸਤਤ, ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ब्रह्म ज्ञान ते कष्ट दहेंगे। ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਉਹ ਆਪਣੇ ਕਸ਼ਟ ਨੂੰ ਨਾਸ਼ ਕਰ ਲੈਣਗੇ, ਕਸ਼ਟ ਨੂੰ ਖਤਮ ਕਰ ਲੈਣਗੇ। तीनों ताप निवारण करे। ਇੱਥੇ ਆ ਕੇ ਜਿਹੜਾ ਸ਼ਰਧਾ ਸਹਿਤ ਇਸ਼ਨਾਨ ਕਰੇਗਾ, ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਵਿੱਚ ਜੁੜੇਗਾ, ਉਹਦੇ ਤਿੰਨੇ ਤਾਪ ਖਤਮ ਹੋ ਜਾਣਗੇ। ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ, ਸੁਖ ਰਾਸ। ਭਾਰਤ ਵਰਸ਼ ਦੇ ਅੰਦਰ ਜਿਹੜੇ ਵੈਦ ਹਨ ਉਹਨਾਂ ਨੇ ਤਿੰਨ ਜਿਹੜੇ ਵੱਡੇ ਰੋਗ ਦੁੱਖ ਮੰਨੇ ਨੇ, ਆਦ, ਵਿਆਦ ਤੇ ਉਪਾਦ। ਇਹ ਤਿੰਨ ਤਾਪ ਨੇ ਜਿਹੜੇ ਮਨੁੱਖ ਨੂੰ ਹਰ ਵੇਲੇ ਚੰਬੜੇ ਰਹਿੰਦੇ ਨੇ। ਆਦ ਕੀ ਹੈ? ਇਹ ਜਿਹੜਾ ਹੈ ਇਹ ਹੈ ਸਰੀਰ ਦੇ ਉੱਤੇ ਜਿਵੇਂ ਬੁਖਾਰ ਆ ਜਾਣਾ, ਸਿਰ ਦਰਦ ਹੋਣੀ ਆਦਿਕ ਅਜਿਹੇ ਜਿਹੜੇ ਰੋਗ ਨੇ, ਬੁਖਾਰ ਆਦਿਕ। ਤੇ ਆਦ ਵਿਆਦ, ਵਿਆਦ ਜਿਹੜਾ ਹੈ ਜਿਵੇਂ ਸਰੀਰ ਦੇ ਉੱਤੇ ਕੋਈ ਚੋਟ ਲੱਗ ਜਾਣੀ, ਸਰੀਰ ਦੇ ਉੱਤੇ ਕੋਈ ਜ਼ਖਮ ਆ ਜਾਣਾ। ਆਦ ਵਿਆਦ ਤੇ ਉਪਾਦ, ਉਪਾਦ ਕੀ ਹੈ? ਜਿਹੜਾ ਬਾਹਰੋਂ ਦੁੱਖ ਹੁੰਦਾ ਹੈ, ਜਿਵੇਂ ਝੱਖੜ, ਹਨੇਰੀ, ਮੀਂਹ ਆਦਿ ਆਉਣੀ, ਇਹਦੇ ਆਉਣ ਨਾਲ ਜਿਹੜਾ ਦੁੱਖ ਪ੍ਰਾਪਤ ਹੋਣਾ। ਪਾਤਸ਼ਾਹ ਕਹਿਣ ਲੱਗੇ ਜਿਹੜੇ ਤਿੰਨ ਤਾਪ ਨੇ ਜਿਨ੍ਹਾਂ ਵਿੱਚ ਮਨੁੱਖ ਘਿਰਿਆ ਹੋਇਆ ਹੈ, ਇਹ ਤਿੰਨੇ ਤਾਪ ਜਿਹੜੇ ਨੇ ਇੱਥੋਂ ਗੁਰੂ ਦੀ ਰਹਿਮਤ ਨਾਲ ਉਹਨਾਂ ਦੇ ਨਿਰਵਿਰਤ ਹੋ ਜਾਂਦੇ ਨੇ, ਦੂਰ ਹੋ ਜਾਂਦੇ ਹਨ। अंते करन महामल हरे। ਤੇ ਉਹਨਾਂ ਦੇ ਅੰਤਸ਼ਕਰਨ ਦੀ ਜਿਹੜੀ ਮੈਲ ਆ ਉਤਰ ਜਾਂਦੀ ਹੈ, ਉਹਨਾਂ ਦਾ ਹਿਰਦਾ ਜਿਹੜਾ ਸ਼ੁੱਧ ਹੋ ਜਾਂਦਾ ਹੈ। ਹਰਮੰਦਰ ਸਾਹਿਬ ਜਾ ਕੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਬਾਣੀ ਸੁਣਨ ਦੇ ਨਾਲ ਉਹਨਾਂ ਦੇ ਅੰਤਸ਼ਕਰਨ ਦੀ ਮੈਲ ਜਿਹੜੀ ਉਹ ਦੂਰ ਹੋ ਜਾਂਦੀ, ਉਤਰ ਜਾਂਦੀ ਹੈ। ਜਿਵੇਂ ਸਾਬਣ ਦੇ ਨਾਲ ਕੱਪੜਾ ਧੋਈਏ ਤੇ ਸਾਬਣ ਨਾਲ ਕੱਪੜਾ ਧੋਣ ਦੇ ਨਾਲ ਉਹਦੀ ਮੈਲ ਜਿਹੜੀ ਹੈ ਕੱਪੜੇ ਦੀ ਦੂਰ ਹੋ ਜਾਂਦੀ ਹੈ, ਕੱਪੜਾ ਸ਼ੁੱਧ ਸਾਫ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਹਰਮੰਦਰ ਸਾਹਿਬ ਦੇ ਅੰਦਰ ਬੈਠ ਕਰਕੇ ਬਾਣੀ ਸੁਣਨ ਨਾਲ, ਇਸ਼ਨਾਨ ਕਰਨ ਦੇ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ, ਪਾਪਾਂ ਦੀ ਮੈਲ ਉਤਰ ਜਾਂਦੀ ਹੈ, ਅੰਤਸ਼ਕਰਨ ਸ਼ੁੱਧ ਹੋ ਜਾਂਦਾ ਹੈ। ब्रह्म ज्ञान को ले निष्काम। ਤੇ ਜਿਹੜੇ ਨਿਸ਼ਕਾਮ ਹੋ ਕੇ ਉੱਥੇ ਸੇਵਾ ਕਰਦੇ ਨੇ, ਨਿਸ਼ਕਾਮ ਹੋ ਕੇ ਤੀਰਥ ਸਥਾਨ ਤੇ ਪਹੁੰਚਦੇ ਨੇ, ਦਰਸ਼ਨ ਕਰਦੇ ਨੇ, ਗੁਰੂ ਕੀ ਬਾਣੀ ਸੁਣਦੇ ਨੇ, ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ, ਗੁਰੂ ਚਰਨਾਂ ਵਿੱਚ ਜੁੜਦੇ ਨੇ, ਪਾਤਸ਼ਾਹ ਕਹਿੰਦੇ ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਨ। पूरे कामना जो सह काम। ਤੇ ਜਿਹੜਾ ਹੁਣ ਮਨ ਅੰਦਰ ਸਹਿ ਕਾਮਨਾ ਲੈ ਕੇ ਆਉਂਦਾ, ਕਾਮਨਾ ਸਹਿਤ ਆਉਂਦਾ, ਕੋਈ ਮਨ ਅੰਦਰ ਕਾਂਖਾ ਰੱਖ ਕੇ ਆਉਂਦਾ, ਇੱਛਾ ਲੈ ਕੇ ਆਉਂਦਾ, ਤੇ ਪਾਤਸ਼ਾਹ ਕਹਿੰਦੇ ਗੁਰੂ ਫਿਰ ਕਿਰਪਾ ਕਰਦਾ, ਉਹਦੀਆਂ ਕਾਮਨਾਵਾਂ ਵੀ ਪੂਰੀਆਂ ਕਰਦਾ। ਜਿਹੜਾ ਨਿਸ਼ਕਾਮ ਹੋ ਕੇ ਆਉਂਦਾ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ, ਤੇ ਜਿਹੜਾ ਕਾਮਨਾ ਲੈ ਕੇ ਆਉਂਦਾ ਗੁਰੂ ਕਿਰਪਾ ਕਰਕੇ ਉਹਦੀਆਂ ਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ। ਅੰਮ੍ਰਿਤਸਰ ਪਰ ਕਰਮਾ ਮਾਏ। ਪਾਤਸ਼ਾਹ ਕਹਿਣ ਲੱਗੇ ਅੰਮ੍ਰਿਤਸਰ ਸਾਹਿਬ ਇਸ ਪਾਵਨ ਸਰੋਵਰ ਦੀਆਂ ਜਿਹੜੀਆਂ ਪ੍ਰਕਰਮਾਂ ਹਨ, ਪਗ ਪਗ ਮੈਂ ਸੋ ਤੀਰਥ ਆਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਾਤਸ਼ਾਹ ਕਹਿਣ ਲੱਗੇ ਪ੍ਰਕਰਮਾਂ ਦੇ ਵਿੱਚ ਪਗ ਪਗ, ਪੈਰ ਪੈਰ ਤੇ 100-100 ਤੀਰਥ ਨਿਵਾਸ ਕਰਦੇ ਨੇ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਈਏ ਉਦੋਂ ਗੱਲਾਂ ਨਹੀਂ ਕਰਨੀਆਂ, ਬੜੀ ਭਾਵਨਾ ਵਿੱਚ, ਬੜੀ ਨਿਮਰਤਾ ਵਿੱਚ, ਭਾਵਨੀ ਵਿੱਚ ਰਹਿ ਕੇ ਸਿਮਰਨ ਕਰਦੇ ਆ, ਗੁਰੂ ਚਰਨਾਂ ਵਿੱਚ ਪਹੁੰਚਣਾ ਹੈ। ਤਾਂ ਹੀ ਗੁਰੂ ਦੀ ਬਖਸ਼ਿਸ਼, ਤਾਂ ਹੀ ਗੁਰੂ ਦੀ ਰਹਿਮਤ ਪ੍ਰਾਪਤ ਹੋਏਗੀ। ਇਸ ਕਰਕੇ ਪਾਤਸ਼ਾਹ ਕਹਿੰਦੇ ਇੱਥੇ ਤਾਂ ਇੱਕ ਇੱਕ ਪੈਰ ਤੇ ਜਿਹੜੀਆਂ ਪ੍ਰਕਰਮਾਂ ਨੇ, ਇਹ ਪ੍ਰਕਰਮਾਂ ਦੇ ਵਿੱਚ ਇੱਕ ਇੱਕ ਪੈਰ ਤੇ 100-100 ਤੀਰਥ ਨਿਵਾਸ ਕਰਦਾ ਹੈ। ਸੂਖਮ ਰੂਪ ਧਾਰ ਤਟ ਰਹੇ। ਉਹ ਜਿੰਨੇ ਵੀ ਤੀਰਥ ਨੇ, ਪਾਤਸ਼ਾਹ ਕਹਿੰਦੇ ਸੂਖਮ ਰੂਪ ਦੇ ਵਿੱਚ ਸਰੋਵਰ ਦੇ ਕਿਨਾਰੇ ਤੇ ਰਹਿੰਦੇ ਨੇ, ਉਹ ਸਰੋਵਰ ਦੇ ਤੱਟ ਤੇ ਆਪਣਾ ਨਿਵਾਸ ਰੱਖਦੇ ਹਨ। ਨਿਜ ਨਿਜ ਪਾਵਨਤਾ ਕੋ ਚਾਹੇ। ਉਹ ਹੁਣ ਸਾਰੇ ਚਾਹੁੰਦੇ ਨੇ ਸਾਡੇ ਵਿੱਚ ਪਾਵਨਤਾ ਬਣੀ ਰਹੇ, ਪਵਿੱਤਰਤਾ ਬਣੀ ਰਹੇ, ਇਸ ਕਰਕੇ ਉਹ ਸਰੋਵਰ ਸਾਹਿਬ ਦੇ ਕਿਨਾਰੇ ਤੇ ਤੱਟ ਤੇ ਆਪਣਾ ਨਿਵਾਸ ਰੱਖਦੇ ਹਨ। ਕਾਲਾ ਸਿੱਖ ਮਿਹਰਾ ਔਰ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਜਿਹੜੀ ਮਹਾਨਤਾ, ਜਿਹੜੀ ਮਹਾਨ ਮਹਿਮਾ, ਸਾਰਿਆਂ ਚੋਂ ਸਰਵੋਤਮ ਸਥਾਨ ਹੈ, ਉਹਦੀ ਮਹਿਮਾ ਦੇ ਬਾਬਤ ਗੁਰਸਿੱਖਾਂ ਨੂੰ ਪਾਤਸ਼ਾਹ ਜੀ ਨੇ ਦੱਸਿਆ। ਹੋਰ ਗੁਰੂ ਕੇ ਸਿੱਖ ਚੱਲ ਕਰਕੇ ਸਿੱਖ ਸੰਗਤਾਂ ਪਹੁੰਚ ਰਹੀਆਂ ਗੁਰੂ ਪਾਤਸ਼ਾਹ ਜੀ ਦੇ ਕੋਲ। ਭਾਈ ਕਾਲਾ ਸਿੱਖ
ਤੇ ਮਹਿਰਾਏ ਜਿਹੜੇ ਚੱਲ ਕਰਕੇ ਆਏ। ਸਣੇ ਨਿਹਾਲੂ ਰੇ ਗਿਰ ਠੋਰ। ਭਾਈ ਨਿਹਾਲੂ ਇਹ ਸਾਰੇ ਜਿਹੜੇ ਪਰਬਤਾਂ ਵਿੱਚ ਰਹਿਣ ਵਾਲੇ ਸਨ, ਚੱਲ ਕਰਕੇ ਗੁਰੂ ਸਾਹਿਬ ਕੋਲ ਆਏ। ਸੋ ਬੰਧਨ ਕਰ ਬੈਠੇ ਪਾਸ। ਇਹ ਵੀ ਨਮਸਕਾਰ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਬੈਠ ਗਏ। ਸੁਨ ਪ੍ਰਸੰਗ ਕੋ ਬਾਕ ਪ੍ਰਕਾਸ਼। ਹੁਣ ਇਸ ਪ੍ਰਕਾਰ ਦੇ ਨਾਲ ਜਿਹੜਾ ਸਾਰਾ ਇਹ ਪ੍ਰਸੰਗ ਇਹਨਾਂ ਨੇ ਸੁਣਿਆ, ਸੁਣ ਕਰਕੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ। ਕਹੋ ਪ੍ਰਭੂ ਕਰ ਸੰਸੇ ਹਾਨੀ। ਕਹਿਣ ਲੱਗੇ ਪਾਤਸ਼ਾਹ ਜੀ ਸਾਡੇ ਮਨ ਅੰਦਰ ਇੱਕ ਸੰਸਾ ਬਣਿਆ ਹੈ। ਆਪ ਜੀ ਨੇ ਜਿਹੜੀ ਮਹਾਨ ਮਹਿਮਾ ਇਸ ਸਥਾਨ ਦੀ ਦੱਸੀ ਹੈ ਤੇ ਸੁਣ ਕਰਕੇ ਇੱਕ ਸੰਸਾ ਮਨ ਅੰਦਰ ਬਣਿਆ ਹੈ, ਕਿਰਪਾ ਕਰਕੇ ਉਹ ਸੰਸਾ ਨਿਰਵਿਰਤ ਕਰੋ। ਬਸੇ ਤਾਮਸੀ ਇਹਾਂ ਜੇ ਪ੍ਰਾਨੀ। ਪਾਤਸ਼ਾਹ ਜਿਹੜੇ ਇੱਥੇ ਤਾਮਸੀ ਲੋਕ ਨੇ, ਜਿਹੜੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਵਸਦੇ ਨੇ, ਨਿਵਾਸ ਕਰਦੇ, ਜਿਹੜੇ ਤਾਮਸੀ ਬਿਰਤੀ ਦੇ ਲੋਕ ਹਨ, ਕਰੇ ਪਾਪ ਨੈ ਅਦਬ ਰਖੰਤੇ। ਉਹ ਜਿਹੜੇ ਪਾਪ ਕਰਨ ਵਿੱਚ ਪ੍ਰਵਿਰਤ ਨੇ, ਪਾਪ ਕਰਨ ਵਿੱਚ ਲੱਗੇ ਹੋਏ ਨੇ ਤੇ ਪਾਵਨ ਤੀਰਥ ਇਸ ਸਥਾਨ ਦਾ ਜਿਹੜਾ ਅਦਬ ਨਹੀਂ ਰੱਖਦੇ, ਸਤਿਕਾਰ ਨਹੀਂ ਕਰਦੇ। ਅੱਜ ਵੀ ਆਪਾਂ ਵੇਖ ਰਹੇ ਹਾਂ ਅਨੇਕਾਂ ਘਟਨਾਵਾਂ ਘਟ ਰਹੀਆਂ ਨੇ ਆਪਣੇ ਸਥਾਨ ਤੇ। ਪਰਸੋਂ ਦੇਖੋ ਮਨ ਅੰਦਰ ਡਰ ਨਹੀਂ ਰਿਹਾ, ਗੁਰੂ ਦਾ ਭੈ ਨਹੀਂ ਰਿਹਾ। ਡਰ ਨਾ ਹੋਣ ਕਰਕੇ, ਭੈ ਨਾ ਹੋਣ ਕਰਕੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਉਹ ਮਨੁੱਖ ਅਜਿਹੀਆਂ ਕਰਤੂਤਾਂ, ਇਹੋ ਜਿਹੀਆਂ ਜਿਹੜੀਆਂ ਗੰਦੀਆਂ ਹਰਕਤਾਂ ਤੀਰਥ ਸਥਾਨਾਂ ਤੇ ਆ ਕੇ ਕਰਦੇ ਨੇ। ਇੱਕ ਔਰਤ ਆਂਦੀ ਹੈ, ਉਹ ਨਸ਼ੇ ਦੀ ਹਾਲਤ ਵਿੱਚ, ਔਰ ਨਸ਼ਾ ਉਹਦੇ ਕੋਲ ਹੈ ਤੇ ਉੱਥੇ ਅਸਥਾਨ ਜਿਹੜਾ ਉਹ ਪਵਿੱਤਰ ਅਸਥਾਨ ਜਿਹਦੀ ਮਹਾਨ ਮਹਿਮਾ ਹੈ, ਸਾਰਿਆਂ ਵਿੱਚੋਂ ਸਰਬੋਤਮ ਹੈ, ਜਿਸ ਅਸਥਾਨ ਤੇ ਜਾ ਕੇ ਜੀਵ ਦੇ ਪਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ, ਪਾਪ ਖਤਮ ਹੋ ਜਾਂਦੇ ਨੇ, ਜਿੱਥੇ ਹਿਰਦਾ ਸ਼ੁੱਧ ਹੋ ਜਾਂਦਾ ਹੈ। ਤੇ ਜੇ ਉੱਥੇ ਤਾਮਸੀ ਬਿਰਤੀ ਵਾਲਾ ਜਾ ਕੇ ਪਾਪ ਕਰਦਾ ਹੈ ਤੇ ਉਹ ਕਿਤੇ ਵੀ ਬਖਸ਼ਿਆ ਨਹੀਂ ਜਾਂਦਾ, ਉਹ ਜਨਮ ਮਰਨ ਦੇ ਚੱਕਰਾਂ ਵਿੱਚੋਂ ਨਿਕਲ ਨਹੀਂ ਸਕਦਾ। ਪਾਤਸ਼ਾਹ ਜੀ ਨੂੰ ਕਹਿਣ ਲੱਗੇ ਜਿਹੜੇ ਅਜਿਹੇ ਲੋਕ ਇੱਥੇ ਵਸਦੇ ਨੇ ਪਾਤਸ਼ਾਹ, ਪਾਪ ਕਰਦੇ ਨੇ, ਇਹ ਸਥਾਨ ਦਾ ਅਦਬ ਸਤਿਕਾਰ ਨਹੀਂ ਰੱਖਦੇ। ਉਹ ਕਿਸ ਵਿਦ ਕੀ ਗਤੀ ਲਹੰਤੇ। ਪਾਤਸ਼ਾਹ ਉਹਨਾਂ ਨੂੰ ਕਿਸ ਤਰੀਕੇ ਦੀ ਗਤੀ ਪ੍ਰਾਪਤ ਹੁੰਦੀ ਹੈ, ਉਹ ਕਿਹੜੀ ਜਿਹੜੀ ਆ ਉਹਨਾਂ ਨੂੰ ਉਹ ਗਤੀ ਨੂੰ ਪ੍ਰਾਪਤ ਹੁੰਦੇ ਹਨ। ਸ਼੍ਰੀ ਮੁਖ ਤੇ ਫੁਰਮਾਵਨ ਕੀਨ। ਹੁਣ ਇਹਨਾਂ ਦੀ ਬੇਨਤੀ ਸੁਣ ਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਮੁਖ ਤੋਂ ਬੋਲੇ, ਕਹਿਣ ਲੱਗੇ ਬਸੇ ਜੇ ਮਹਿਮਾ ਨੈ ਮਨ ਚੀਨ। ਕਹਿਣ ਲੱਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਹੜੇ ਆ ਕੇ ਵਸਦੇ ਨੇ, ਨਿਵਾਸ ਕਰਦੇ, ਇੱਥੇ ਰੁਕਦੇ ਨੇ ਤੇ ਇਸ ਸਥਾਨ ਦੀ ਮਹਿਮਾ ਨੂੰ ਨਹੀਂ ਜਾਣਦੇ। ਠਾਨੇ ਪਾਪ ਨ ਜਾਣੇ ਮੂੜ। ਉਹ ਮੂਰਖ ਜਿਹੜੇ ਨਹੀਂ ਜਾਣਦੇ ਮਹਿਮਾ ਨੂੰ ਤੇ ਇੱਥੇ ਆ ਕੇ ਐਸੇ ਸਥਾਨਾਂ ਤੇ ਵੀ ਪਾਪ ਕਰਦੇ ਨੇ। ਐਸੇ ਜਿਹੜੇ ਉਹ ਮੂਰਖ ਹਨ, ਸੁਨੇ ਨ ਸਤ ਨਾਮ ਬੋਰੂੜ। ਐਸੇ ਜਿਹੜੇ ਮੂਰਖ ਉਹ ਹਰੀ ਵਾਹਿਗੁਰੂ ਪਰਮੇਸ਼ਰ ਦਾ ਸਤਨਾਮ ਨਹੀਂ ਸੁਣਦੇ, ਪਾਪਾਂ ਵਿੱਚ ਪ੍ਰਵਿਰਤ ਨੇ, ਉਹ ਪਰਮੇਸ਼ਰ ਦੀ ਸਿਫਤ ਸਲਾਹ ਦਾ ਨਾਮ ਨਹੀਂ ਸੁਣਦੇ। ਤ੍ਰਿਗਦ ਜੋਨ ਮਰ ਏਠਾਂ ਪਾਵੇਂ। ਪਾਤਸ਼ਾਹ ਕਹਿਣ ਲੱਗੇ ਮਰ ਕੇ ਉਹ ਟੇਢੀਆਂ ਜੂਨੀਆਂ ਵਿੱਚ ਪੈਂਦੇ ਨੇ। ਟੇਢੀਆਂ ਜੂਨੀਆਂ ਵਿੱਚ ਉਹਨਾਂ ਨੂੰ ਪੈਣਾ ਪੈਂਦਾ। ਜਦੋਂ ਉਹਨਾਂ ਦੀ ਮੌਤ ਹੁੰਦੀ ਉਹ ਸਰੀਰ ਛੱਡਦੇ ਨੇ। ਜਿਹੜੇ ਇੱਥੇ ਆ ਕੇ ਵੀ ਪਾਪ ਕਰਦੇ ਨੇ, ਇੱਥੇ ਆ ਕੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਸੁਣਦੇ, ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਟੇਢੀਆਂ ਜੂਨੀਆਂ ਪ੍ਰਾਪਤ ਹੁੰਦੀਆਂ ਹਨ। ਕੂਕਰ ਕਾਕ ਭੂੰਡ ਬਨ ਜਾਵੇ। ਉਹ ਕਦੇ ਕੂਕਰ ਬਣਦੇ ਨੇ, ਕਦੇ ਕਾਂ ਦੀ ਜੂਨੀ ਵਿੱਚ ਪੈਂਦੇ ਨੇ, ਕਦੇ ਭੂੰਡਾਂ ਦੀ ਜੂਨੀ ਵਿੱਚ ਪੈਂਦੇ ਨੇ। 84 ਲੱਖ ਜੂਨਾਂ ਨੇ। ਪਾਤਸ਼ਾਹ ਕਹਿੰਦੇ ਇਹਨਾਂ ਜੂਨੀਆਂ ਦੇ ਵਿੱਚ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਇਹ ਜਿਹੜੀਆਂ ਟੇਢੀਆਂ ਮੇਢੀਆਂ ਜੂਨਾਂ ਨੇ, ਇਹਨਾਂ ਦੇ ਵਿੱਚ ਉਹਨਾਂ ਨੂੰ ਪੈਣਾ ਪੈਂਦਾ, ਫਿਰ ਇਹ ਟੇਢੀਆਂ ਜੂਨੀਆਂ ਵਿੱਚੋਂ ਫਿਰਦੇ ਹਨ। ਮੂਖਕ ਸਰਪ ਬਨੇ ਅਗ ਭੋਗੇ। ਚੂਹੇ ਦੀ ਜੂਨ, ਸੱਪ ਦੀ ਜੂਨ ਜਿਹੜੀ ਹੈ, ਇਹ ਵੱਡੀਆਂ ਜੂਨੀਆਂ ਨੂੰ ਭੋਗਦਿਆਂ ਹੋਇਆਂ ਵੱਡਾ ਦੁੱਖ ਜਿਹੜਾ ਉਹ ਭੋਗਦੇ ਹਨ। ਪੁਨ ਨਰ ਇਸ ਤਲ ਬਨੇ ਅਰੋਗੇ। ਤੇ ਫਿਰ ਜਾ ਕੇ ਜਦੋਂ ਮਨੁੱਖਾ ਜਨਮ ਪ੍ਰਾਪਤ ਹੁੰਦਾ, ਐਸੇ ਕਰਕੇ ਪਾਤਸ਼ਾਹ ਕਹਿੰਦੇ 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕਾ ਸੋ ਆਏ ਜਾਏ ਦੁੱਖ ਪਾਏ ਦਾ। ਪਾਤਸ਼ਾਹ ਕਹਿੰਦੇ 184 ਲੱਖ ਜੂਨਾਂ ਨੇ, ਇਹਨਾਂ ਵਿੱਚੋਂ ਸਾਰਿਆਂ ਚੋਂ ਉੱਤਮ ਜੋਨ ਮਨੁੱਖਾ ਜਨਮ ਹੈ ਜਿਹੜੀ ਪ੍ਰਾਪਤ ਹੋਈ ਹੈ। ਤੇ ਜਿਹੜਾ ਮਨੁੱਖਾ ਜਨਮ ਦੀ ਇਹ ਪੌੜੀ ਤੋਂ ਹੱਥ ਛੁੱਟ ਗਿਆ, ਪੈਰ ਖਿਸਕ ਗਿਆ, ਪਾਤਸ਼ਾਹ ਕਹਿੰਦੇ ਆਏ ਜਾਏ ਦੁੱਖ ਪਾਏਂਦਾ। ਫਿਰ ਇਹਨਾਂ ਟੇਢੀਆਂ ਜੂਨੀਆਂ ਵਿੱਚ ਪਿਆ ਰਹਿੰਦਾ, ਇਹਨਾਂ 84 ਲੱਖ ਜੂਨਾਂ ਨੂੰ ਭੋਗਦਾ, ਦੁੱਖ ਪਾਉਂਦਾ। ਪਾਤਸ਼ਾਹ ਇਸੇ ਕਰਕੇ ਕਿਹਾ ਕਿ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ।
ਚਿਰੰਕਾਲੇ ਦੇ ਸੰਜਰੀਆ। ਹਰ ਰੋਜ਼ ਗੁਰੂ ਸਾਹਿਬ ਸਾਨੂੰ ਰਹਿਰਾਸ ਸਾਹਿਬ ਦੀ ਬਾਣੀ ਅੰਦਰ ਪੁਕਾਰ ਕੇ ਕਹਿੰਦੇ ਨੇ ਧਿਆਨ ਦਈਏ, ਤਵੱਜੋ ਦਈਏ, ਨਾ ਦੀਏ ਸਾਡੀ ਮਰਜ਼ੀ ਹੈ, ਪਰ ਪਾਤਸ਼ਾਹ ਸਾਨੂੰ ਯਾਦ ਕਰਾਉਂਦੇ ਨੇ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸੇ ਕਰਕੇ ਪਾਤਸ਼ਾਹ ਸਾਨੂੰ ਬਾਰ-ਬਾਰ ਸਮਝਾਉਂਦੇ ਨੇ, ਪੁਕਾਰ ਕੇ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਫਿਰ ਜਦੋਂ ਟੇਢੀਆਂ ਮੇਢੀਆਂ ਜੁਨੀਆਂ ਭੋਗ ਕਰਕੇ ਲੰਬੇ ਸਮੇਂ ਬਾਅਦ ਚਿਰੰਕਾਲੇ ਦੇ ਸੰਜਰੀਆ, ਬੜੇ ਲੰਬੇ ਸਮੇਂ ਬਾਅਦ ਜਾ ਕੇ ਜਦੋਂ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ, ਫਿਰ ਜਦੋਂ ਉਹ ਇਸ ਥਲ ਤੇ ਆ ਕੇ ਨਿਵਾਸ ਕਰਦੇ ਇੱਥੇ ਆਉਂਦੇ ਹਨ। ਉਨ ਭਗਤੀ ਕੋ ਪ੍ਰਾਪਤ ਸੋਏ। ਫਿਰ ਆ ਕੇ ਜਦੋਂ ਭਾਵਨਾ ਨਾਲ ਇੱਥੇ ਇਸ਼ਨਾਨ ਕਰਨਗੇ ਉਹਨਾਂ ਦੇ ਪਾਪ ਖਤਮ ਹੋ ਜਾਣਗੇ, ਇਹਨਾਂ ਟੁੱਡੀਆਂ ਜੁਨੀਆਂ ਤੋਂ ਬਚ ਜਾਣਗੇ, ਭਗਤੀ ਨੂੰ ਪ੍ਰਾਪਤ ਕਰ ਲੈਣਗੇ। ਓਟੇ 84 ਗੋਨ ਨਾ ਹੋਏ। ਛੁੱਟੇ 84 ਉਹਨਾਂ ਦੀ 84 ਛੁੱਟ ਜਾਏਗੀ। ਆਵਾ ਗਾਉਣ ਤੋਂ ਨਿਵਰਤ ਹੋ ਜਾਣਗੇ, ਆਵਾ ਗਾਉਣ ਦੇ ਵਿੱਚ ਨਹੀਂ ਪੈਣਗੇ। ਸੁਨ ਸਭ ਸਿੱਖਨ ਸੀਸ ਨਿਵਾਇਓ। ਇਸ ਪ੍ਰਕਾਰ ਦੇ ਨਾਲ ਸੁਣ ਕਰਕੇ ਜਦੋਂ ਮਹਾਨ ਮਹਿਮਾ ਸੁਣੀ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪਾਵਨ ਸਥਾਨ ਦੀ, ਤਾਮਸੀ ਬਿਰਤੀ ਦੇ ਬਾਬਤ, ਲੋਕਾਂ ਦੇ ਬਾਬਤ ਜਦੋਂ ਸੁਣਿਆ ਤੇ ਸੁਣ ਕਰਕੇ ਸਾਰਿਆਂ ਨੇ ਗੁਰੂ ਪਾਤਸ਼ਾਹ ਜੀ ਨੂੰ ਆਪਣਾ ਸੀਸ ਨਿਵਾਇਆ ਹੈ। ਧੰਨ ਗੁਰੂ ਤੀਰਥ ਪ੍ਰਗਟਾਇਓ। ਕਹਿਣ ਲੱਗੇ ਧੰਨ ਹੋ ਗੁਰੂ ਸਾਹਿਬ ਜੀ, ਆਪ ਜੀ ਧੰਨ ਹੋ ਜਿਨ੍ਹਾਂ ਨੇ ਮਹਾਨ ਤੀਰਥ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਗਟ ਕੀਤਾ ਹੈ। ਦੋਹਰਾ ਕਾਲੋ ਸੀ ਵੱਡ ਸੂਰਮਾ, ਕੱਕਾ ਜਿਸ ਕੀ ਜਾਤ। ਇਸ ਪ੍ਰਕਾਰ ਦੇ ਨਾਲ ਭਾਈ ਕਾਲੋ ਚੱਲ ਕੇ ਆਇਆ, ਬੜਾ ਸੂਰਮਾ ਸੀ, ਕੱਕਾ ਜਿਸ ਦੀ ਜਾਤ ਸੀ। ਇਹ ਸੂਰਮਿਆਂ ਦੇ ਬਾਬਤ ਪੁੱਛਦਾ ਕਿ ਸੂਰਮਾ ਜਦੋਂ ਜੂਝਦਾ ਹੋਇਆ ਮੈਦਾਨੇ ਜੰਗ ਅੰਦਰ ਸ਼ਹਾਦਤ ਪਾ ਜਾਂਦਾ ਹੈ, ਉਹਨੂੰ ਕਿਹੜੀ ਗਤੀ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਜੀ ਨੂੰ ਇਹ ਬੇਨਤੀ ਕਰਕੇ ਪੁੱਛਦਾ। ਗੁਰੂ ਸਾਹਿਬ ਕਿਵੇਂ ਪਾਵਨ ਉਪਦੇਸ਼ ਦੇ ਕੇ ਸੂਰਮੇ ਦੇ ਬਾਬਤ ਦੱਸਦੇ ਨੇ, ਇਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਨ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਵਰਣਨ ਕਰਦੇ ਆ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ ਸੀਸ ਬਖਸ਼ਣੀ। ਸਤਿਗੁਰੂ ਪਾਤਸ਼ਾਹ ਅੱਗੇ ਲਈ ਸੁਮਤ ਪ੍ਰਦਾਨ ਕਰਨ। ਰਾਮਦਾਸ ਸਰੋਵਰ ਨਾਤੇ, ਰਾਮਦਾਸ ਸਰੋਵਰ ਨਾਤੇ। ਸਭ ਉਤਰੇ ਪਾਪ ਕਮਾਤੇ, ਸਭ ਉਤਰੇ ਪਾਪ ਕਮਾਤੇ। ਸਭ ਉਤਰੇ ਪਾਪ ਕਮਾਤੇ। ਸੰਤੋ ਰਾਮਦਾਸ ਸਰੋਵਰ ਨੀਕਾ, ਸੰਤੋ ਰਾਮਦਾਸ ਸਰੋਵਰ ਨੀਕਾ। ਸੰਤੋ ਰਾਮਦਾਸ ਸਰੋਵਰ ਨੀਕਾ, ਸੰਤੋ ਰਾਮਦਾਸ ਸਰੋਵਰ ਨੀਕਾ। ਜੋ ਨਾਵੈ ਸੋ ਕੁਲ ਤਰਾਵੈ, ਜੋ ਨਾਵੈ ਸੋ ਕੁਲ ਤਰਾਵੈ। ਜੋ ਨਾਵੈ ਸੋ ਕੁਲ ਤਰਾਵੈ, ਜੋ ਨਾਵੈ ਸੋ ਕੁਲ ਤਰਾਵੈ। ਉਧਾਰ ਹੁਆ ਹੈ ਜੀ ਕਾ, ਉਧਾਰ ਹੁਆ ਹੈ ਜੀ ਕਾ। ਉਧਾਰ ਹੁਆ ਹੈ ਜੀ ਕਾ, ਉਧਾਰ ਹੁਆ ਹੈ ਜੀ ਕਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।